ਸਤਿ ਸ੍ਰੀ ਸਟੂਡੈਂਟ ਅਗਲਾ ਸਾਡਾ ਚੈਪਟਰ ਹੈਗਾ ਆ ਸੈਕੰਡ ਯੂਨਿਟ ਦੇ ਵਿੱਚ ਫਾਈਨੈਂਸ਼ੀਅਲ ਮੈਨੇਜਮੈਂਟ। ਠੀਕ ਹੈ, ਜਿਹਦੇ ਵਿੱਚ ਆਪਾਂ ਕਿਹਾ ਜੀ ਫਿਨਾਂਸ ਨਾਲ ਰਿਲੇਟਡ ਸਾਰੇ ਕਿਹਾ ਜੀ ਮੈਨੇਜਮੈਂਟ ਕਰਦੇ ਆ। ਠੀਕ ਨਾ, ਜਿਹਦੇ ਵਿੱਚ ਸਭ ਤੋਂ ਮੇਨ ਸਾਡਾ ਪਹਿਲਾ ਟੌਪਿਕ ਹੈਗਾ ਫਾਈਨੈਂਸ਼ੀਅਲ ਡਿਸੀਜਨ। ਠੀਕ ਨਾ, ਕਿ ਜਾਣੀ ਕਿ ਮੈਨੇਜਮੈਂਟ ਦੇ ਵਿੱਚ ਅਸੀਂ ਇਹੀ ਦੇਖਣਾ ਕਿ ਕਿਹੜੇ ਕਿਹੜੇ ਫਾਈਨੈਂਸ਼ੀਅਲ ਆਪਾਂ ਡਿਸੀਜਨ ਲੈਣੇ ਆ। ਜਿੱਦਾਂ ਜਿਹਨਾਂ ਵਿੱਚ ਸਾਡੇ ਕੋਲ ਤਿੰਨ ਤਰ੍ਹਾਂ ਦੇ ਡਿਸੀਜਨ ਲੈਂਦੇ, ਇੱਕ ਹੈਗਾ ਇਨਵੈਸਟਮੈਂਟ ਡਿਸੀਜਨ, ਦੂਜੇ ਨੰਬਰ 'ਤੇ ਕਿਹਾ ਜੀ ਫਿਨਾਂਸਿੰਗ ਡਿਸੀਜਨ, ਤੀਜੇ ਨੰਬਰ 'ਤੇ ਹੈਗਾ ਜੀ ਡਿਵੀਡੈਂਡ ਡਿਸੀਜਨ। ਜਿਹਦੇ ਵਿੱਚ ਪਹਿਲੇ ਨੰਬਰ 'ਤੇ ਹੈਗਾ ਸਾਡੇ ਕੋਲ ਕਿਹਾ ਜੀ ਇਨਵੈਸਟਮੈਂਟ ਡਿਸੀਜਨ। ਠੀਕ ਨਾ, ਜਿਹੜਾ ਬੇਟਾ ਇਨਵੈਸਟਮੈਂਟ ਡਿਸੀਜਨ ਹੁੰਦਾ ਆ ਉਹ ਕੀ ਹੁੰਦਾ, ਜਿਹਦੇ ਵਿੱਚ ਆਪਾਂ ਕੇਅਰਫੁਲੀ ਸਿਲੈਕਸ਼ਨ ਕਰਨੀ ਹੁੰਦੀ ਕਿ ਕਿਹੜਾ ਆਪਾਂ ਐਸਟ ਦੇ ਵਿੱਚ ਕਿਹਾ ਜੀ ਇਨਵੈਸਟਮੈਂਟ ਕਰਨੀ, ਕਿਹੜਾ ਐਸਟ ਖਰੀਦਣਾ ਆ, ਪੈਸਾ ਕਿੱਥੇ ਲਾਣਾ ਆ ਜਿੱਥੇ ਸਾਨੂੰ ਮੈਕਸੀਮਮ ਕਿਹਾ ਜੀ ਬੈਨੀਫਿਟ ਹੋਵੇ। ਅਤੇ ਬੇਟਾ ਜਿਹੜੀ ਆਪਾਂ ਇਨਵੈਸਟਮੈਂਟ ਕਰਦੇ ਆ ਨਾ ਦੋ ਤਰ੍ਹਾਂ ਦੇ ਵਿੱਚ ਕਰਦੇ, ਇੱਕ ਕਰੰਟ ਐਸਟ ਦੇ ਵਿੱਚ, ਇੱਕ ਕਿਹੜੇ ਜੀ ਫਿਕਸ ਐਸਟ। ਕਰੰਟ ਐਸਟ ਜਿਹੜਾ ਸਾਡਾ ਸ਼ੋਰਟ ਟਰਮ ਲਈ ਹੁੰਦਾ, ਫਿਕਸ ਐਸਟ ਜਿਹੜਾ ਸਾਡਾ ਕਿਹਾ ਜੀ ਲੌਂਗ ਟਰਮ ਲਈ ਹੁੰਦਾ। ਔਰ ਜਿਹਦੇ ਵਿੱਚ ਆਪਾਂ ਡਿਸੀਜਨ ਯਾਨੀ ਕੈਪੀਟਲ ਬਸਟਿੰਗ ਡਿਸੀਜਨ ਉਹਨੂੰ ਕਹਿ ਦਿੰਦੇ ਆ ਕਿ ਜਦੋਂ ਆਪਾਂ ਫਿਕਸ ਐਸਟ ਦੇ ਵਿੱਚ ਲਾਣਾ ਹੈ। ਠੀਕ ਨਾ, ਅੱਗੇ ਬੇਟਾ ਇਹਦੀ ਇੰਪੋਰਟੈਂਸ ਦੀ ਡਿਸੀਜਨ ਕੀ ਹੁੰਦੀ ਆ, ਮਤਲਬ ਇੰਪੋਰਟੈਂਸ ਕੀ ਹੁੰਦੀ ਹੈ ਇਸ ਡਿਸੀਜਨ ਦੀ, ਜਿਹੜਾ ਸਾਡਾ ਕਿਹਾ ਜੀ ਫਿਕਸ ਐਸਟ ਵਾਲਾ ਪਹਿਲੇ ਨੰਬਰ 'ਤੇ ਲੌਂਗ ਟਰਮ ਡਿਸੀਜਨ ਹੁੰਦੇ, ਜਿਹੜੀ ਇਹਦੇ ਵਿੱਚ ਆਪਾਂ ਇਨਵੈਸਟਮੈਂਟ ਕਰਦੇ ਲੌਂਗ ਟਰਮ ਲਈ ਕਰਦੇ ਹਾਂ। ਠੀਕ ਨਾ, ਕਿ ਜਾਣੀ ਕਿ ਲੌਂਗ ਟਰਮ ਤੱਕ ਸਾਡੇ ਬਿਜ਼ਨਸ 'ਤੇ ਇਹਦਾ ਇਫੈਕਟ ਪੈਂਦਾ ਆ। ਉਸ ਤੋਂ ਬਾਅਦ ਇਰੀਵਰਸੀਬਲ ਹੁੰਦੇ ਆ, ਮਤਲਬ ਕਿ ਜੀ ਇਹਨਾਂ ਵਿੱਚ ਜਿਹੜਾ ਆਪਾਂ ਇਨਵੈਸਟਮੈਂਟ ਕਰਨੀ ਹੈ ਨਾ ਉਹ ਸਾਨੂੰ ਕਿਹਾ ਜੀ ਕਿਸ ਤਰ੍ਹਾਂ ਦੀ ਰਿਵਰਸ ਨਹੀਂ ਆਣੀ। ਠੀਕ ਨਾ, ਕਿ ਮਤਲਬ ਕਿ ਆਪਾਂ ਮਸ਼ੀਨ ਖਰੀਦ ਲਈ ਸਾਨੂੰ ਕੋਈ ਰਿਵਰਸ ਨਹੀਂ ਆਣੀ, ਸਿਰਫ ਉਹਦੀ ਆਪਾਂ ਯੂਜ਼ ਕਰ ਸਕਦੇ ਹਾਂ। ਠੀਕ ਨਾ, ਅਤੇ ਪਲੱਸ ਬੇਟਾ ਇਨਵੋਲਵ ਹਾ ਕੋਸਟ, ਇਹਦੇ ਵਿੱਚ ਕੋਸਟ ਕਿਹਾ ਜੀ ਬਹੁਤ ਜ਼ਿਆਦਾ ਹੁੰਦੀ, ਮਤਲਬ ਜਿਹੜਾ ਫਿਕਸ ਐਸਟ ਵਿੱਚ ਪੈਸਾ ਲਾਇਆ ਜਾਂਦਾ ਬਹੁਤ ਵੱਡੀ ਮਾਤਰਾ ਵਿੱਚ ਲਾਇਆ ਜਾਂਦਾ, ਜ਼ਮੀਨ ਖਰੀਦਣੀ ਆ ਉਹ ਲੱਖਾਂ ਕਰੋੜਾਂ 'ਚ ਹੋਣੀ ਆ। ਇਫੈਕਟ ਪਲੱਸ ਕਿਹਾ ਜੀ ਇਫੈਕਟ ਫਿਊਚਰ ਅਰਨਿੰਗ, ਪਲੱਸ ਕਿਹਾ ਜੀ ਜਿਹੜੇ ਇਹਦੇ ਵਿੱਚ ਸਾਡੀ ਇਨਵੈਸਟਮੈਂਟ ਹੁੰਦੀ ਹੈ ਨਾ, ਸਾਡੀ ਫਿਊਚਰ ਦੇ ਵਿੱਚ ਜੋ ਵੀ ਸਾਨੂੰ ਇਨਵੈਸਟਮੈਂਟ ਆਉਣੀ ਆ, ਜੋ ਵੀ ਸਾਡੀ ਅਰਨਿੰਗ ਹੋਣੀ ਆ ਉਹਦੀ ਕਪੈਸਿਟੀ ਨੂੰ ਅਫੈਕਟ ਕਰਦਾ ਆ। ਜਿੰਨੀ ਆਪਾਂ ਫਿਕਸ ਐਸਟ ਵਿੱਚ ਪੈਸਾ ਲਾਉਂਦੇ ਆ ਉਨੀ ਸਾਡੀ ਕੰਮ ਕਰਨ ਦੀ ਕਪੈਸਿਟੀ ਵੀ ਵੱਧਦੀ ਆ, ਪਲੱਸ ਕਿਹਾ ਜੀ ਸਾਡੀ ਜਿਹੜੀ ਆਊਟਪੁੱਟ ਵੀ ਵੱਧਦੀ ਆ, ਅਤੇ ਜਿਹਦੇ ਕੀ ਹੋਣਾ ਜੀ ਸਾਡੀ ਅਰਨਿੰਗ ਦੀ ਕਪੈਸਿਟੀ ਵੀ ਇਨਕਰੀਜ਼ ਹੁੰਦੀ ਆ। ਠੀਕ ਆ, ਦੂਜੇ ਨੰਬਰ 'ਤੇ ਬੇਟਾ ਹੈਗਾ ਤੁਹਾਡਾ ਫਿਨਾਂਸਿੰਗ ਡਿਸੀਜਨ। ਠੀਕ ਨਾ, ਫਿਨਾਂਸਿੰਗ ਡਿਸੀਜਨ ਵਿੱਚ ਕੀ ਹੁੰਦਾ ਕਿ ਬੇਟਾ ਜਿਹੜਾ ਆਪਾਂ ਕਿਤੇ ਪਹਿਲਾਂ ਆਪਾਂ ਐਸਟੀਮੇਟ ਲਾ ਡਿਸੀਜਨ ਲੈ ਲਿਆ ਕਿ ਭਾਈ ਅਸੀਂ ਇੱਥੇ ਪੈਸਾ ਲਾਉਣਾ ਆ, ਫਿਰ ਅਸੀਂ ਦੇਖਣਾ ਹੈ ਕਿ ਜਿਹੜਾ ਪੈਸਾ ਲਾਉਣਾ ਆ ਉਹ ਪੈਸਾ ਲੈਣਾ ਕਿੱਥੋਂ ਆ। ਠੀਕ ਨਾ, ਜਿਹਦੇ ਵਿੱਚ ਆਪਾਂ ਡਿਸਾਈਡ ਕੀ ਕਰਦੇ ਹਾਂ ਕਿ ਸੋਰਸ ਆਫ ਫਿਨਾਂਸ ਕੀ ਹੋਣੇ, ਕਿੱਥੋਂ ਸਾਨੂੰ ਫਿਨਾਂਸ ਆਊਗਾ। ਜੇ ਸਾਨੂੰ ਸੋਰਸ ਦਾ ਪਤਾ ਲੱਗ ਗਏ ਕਿ ਹਾਂ ਵੀ ਅਸੀਂ ਇਸ ਬੰਦੇ ਤੋਂ ਪੈਸੇ ਲੈਣੇ ਆ ਮਤਲਬ ਬੈਂਕ ਤੋਂ ਪੈਸੇ ਲੈਣੇ, ਇਸ ਬੰਦੇ ਤੋਂ ਪੈਸੇ ਲੈਣੇ, ਫਿਰ ਇਹ ਦੇਖਣਾ ਕਿ ਉਹਨਾਂ ਕੋਲੋਂ ਹਾਊ ਮੱਚ, ਮਤਲਬ ਉਹਨਾਂ ਦਾ ਕਿੰਨਾ ਪੈਸਾ ਲੈਣਾ। ਜੇ 1 ਲੱਖ ਰੁਪਇਆ ਲੈਣਾ ਉਹਦੇ ਵਿੱਚ ਆਪਾਂ ਕਿਹਾ ਜੀ ਕਿਸੇ ਬੈਂਕ ਤੋਂ ਕਿੰਨਾ 60,000 ਲੈਣਾ ਆ, ਕਿਸੇ ਬੰਦੇ ਤੋਂ 40,000 ਕਿੱਦਾਂ ਲੈਣਾ ਆ। ਠੀਕ ਨਾ, ਜਿਹੜਾ ਬੇਟਾ ਸਾਡੇ ਸੋਰਸ ਆਫ ਫਿਨਾਂਸ ਹੁੰਦੇ ਆ ਨਾ ਉਹ ਦੋ ਤਰ੍ਹਾਂ ਦੇ ਹੁੰਦੇ ਆ। ਠੀਕ ਆ, ਇੱਕ ਹੁੰਦੇ ਬਰੋਡ ਫੰਡ, ਇੱਕ ਹੁੰਦੇ ਓਨਰ ਫੰਡ। ਬਰੋਡ ਫੰਡ ਦੇ ਵਿੱਚ ਆ ਜਾਂਦਾ ਕਿ ਜਿਹੜੇ ਮਤਲਬ ਆਪਾਂ ਕਿਸ ਤੋਂ ਲੋਨ ਲੈਂਦੇ ਆ, ਜਿਹਦੇ ਵਿੱਚ ਕਿਹਾ ਜਾਂਦਾ ਜੀ ਡਿਵੈਂਚਰ ਆ ਜਾਂਦਾ, ਬੌਂਡਸ ਆ ਜਾਂਦੇ, ਲੋਨ ਆ ਜਾਂਦੇ। ਠੀਕ ਨਾ, ਕਿ ਪਲੱਸ ਕਿਹਾ ਜੀ ਇਹ ਵਾਲੇ ਜਿਹੜੇ ਮਤਲਬ ਹੁੰਦੇ ਆ ਇਹਨਾਂ ਵਿੱਚ ਕਿਆ ਹੁੰਦਾ ਜੀ ਰਿਸਕ ਘੱਟ ਹੁੰਦਾ ਉਹਨਾਂ ਨੂੰ। ਠੀਕ ਨਾ, ਪਲੱਸ ਕਿਹਾ ਜੀ ਇਹ ਸਾਨੂੰ ਪੇ ਬੈਕ ਕਰਨੇ ਹੁੰਦੇ, ਸਾਨੂੰ ਕਿਹਾ ਜੀ ਪੈਸੇ ਵਾਪਸ ਕਰਨੇ, ਇੱਕ ਵਾਰੀ ਪੈਸੇ ਲੈ ਲਏ ਫਿਰ ਸਾਨੂੰ ਕਿਹਾ ਜੀ ਇੱਕ ਪਰਟੀਕੂਲਰ ਸਮੇਂ ਬਾਅਦ ਉਹਨਾਂ ਨੂੰ ਪੈਸੇ ਵਾਪਸ ਕਰਨੇ ਹੀ ਪੈਣੇ ਆ। ਠੀਕ ਨਾ, ਲੇਕਿਨ ਜਿਹੜੇ ਓਨਰ ਫੰਡ ਹੁੰਦੇ ਆ ਉਹ ਕੀ ਹੁੰਦੇ ਆ ਜੀ ਕਿ ਜਿੱਦਾਂ ਸ਼ੇਅਰ ਕੈਪੀਟਲ ਹੋ ਗਏ, ਰਿਟੇਨ ਅਰਨਿੰਗ ਹੋ ਗਈ, ਉਹਦੇ ਵਿੱਚ ਕੋਈ ਰਿਸਕ ਨਹੀਂ ਹੁੰਦਾ ਹੈਗਾ। ਠੀਕ ਨਾ, ਸੌਰੀ ਬੇਟਾ ਜਿਹੜਾ ਪਹਿਲੇ ਵਿੱਚ ਹੁੰਦਾ ਸਾਨੂੰ ਰਿਸਕ ਹੁੰਦਾ ਕਿ ਸਾਨੂੰ ਪੈਸੇ ਵਾਪਸ ਕਰਨੇ ਪੈਣੇ ਆ, ਲੇਕਿਨ ਇਹਦੇ ਵਿੱਚ ਕਿਹਾ ਜੀ ਕੋਈ ਰਿਸਕ ਨਹੀਂ ਹੁੰਦਾ। ਜੇ ਕੱਲ੍ਹ ਨੂੰ ਪੈਸੇ ਮਰ ਵੀ ਗਏ ਨਾ ਤਾਂ ਸਾਡੇ ਪੈਸੇ ਮਰਨੇ ਆ, ਕਿਸੇ ਨੂੰ ਸਾਨੂੰ ਕਿਹਾ ਜੀ ਦੇਣ ਦੀ ਲੋੜ ਨਹੀਂ ਹੋਣੀ। ਇਸ ਕਰਕੇ ਇਹ ਡਿਸਾਈਡ ਕਰਨਾ ਹੁੰਦਾ ਕਿ ਅਸੀਂ ਲੋਨ ਲੈਣਾ ਹੈ ਜਾਂ ਆਪਣਾ ਪੈਸਾ ਲਾਉਣਾ ਆ। ਬੇਟਾ ਤੀਜੇ ਨੰਬਰ 'ਤੇ ਹੈਗਾ ਜੀ ਡਿਵੀਡੈਂਡ ਡਿਸੀਜਨ। ਡਿਵੀਡੈਂਡ ਡਿਸੀਜਨ ਦੇ ਵਿੱਚ ਆ ਜਾਂਦਾ ਕਿ ਜਿਹੜਾ ਵੀ ਮਤਲਬ ਜੀ ਆਪਾਂ ਬਿਜ਼ਨਸ ਕੀਤਾ ਆ ਉਸ ਬਿਜ਼ਨਸ ਨੂੰ ਕਰਨੇ ਤੋਂ ਬਾਅਦ ਜਿਹੜਾ ਸਾਨੂੰ ਪ੍ਰੋਫਿਟ ਹੋਣਾ ਆ ਉਹ ਪ੍ਰੋਫਿਟ ਨੂੰ ਆਪਾਂ ਡਿਸਟਰੀਬਿਊਟ ਕਿੱਦਾਂ ਕਰਨਾ ਆ, ਜਿਹੜਾ ਸਰਪਲਸ ਫੰਡ ਹੋਣੇ ਆ ਉਹਨਾਂ ਨੂੰ ਡਿਸਟਰੀਬਿਊਟ ਕਿੱਦਾਂ ਕਰਨਾ ਹੈ। ਜਿਹੜਾ ਬੇਟਾ ਪ੍ਰੋਫਿਟ ਹੁੰਦਾ ਆ ਉਹਦੇ ਵਿੱਚ ਆਪਾਂ ਕ੍ਰੈਡੀਟਰ ਨੂੰ, ਇੰਪਲਾਈ ਨੂੰ, ਡਿਵੈਂਚਰ ਹੋਲਡਰ ਨੂੰ, ਠੀਕ ਨਾ, ਅਤੇ ਪਲੱਸ ਕਿਹਾ ਜੀ ਸ਼ੇਅਰ ਹੋਲਡਰ ਦੇ ਵਿੱਚ ਉਹ ਪ੍ਰੋਫਿਟ ਵੰਡਿਆ ਜਾਂਦਾ ਆ। ਠੀਕ ਨਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਕਿਹਾ ਜੀ ਇੰਟਰਸਟ ਪੇਮੈਂਟ ਕੀਤੀ ਜਾਂਦੀ ਆ, ਕਿਉਂਕਿ ਜਿਹੜੇ ਕ੍ਰੈਡੀਟਰ ਡਿਵੈਂਚਰ ਹੋਲਡਰ ਹੋਣੇ ਆ ਉਹਨਾਂ ਨੇ ਇੱਕ ਫਿਕਸ ਅਮਾਊਂਟ ਦੇ ਵਿੱਚ ਅਸੀਂ ਕੀ ਕਰਦੇ ਹੈਗੇ ਆ ਜੀ ਇੰਟਰਸਟ ਪੇਡ ਕਰਦੇ ਹਾਂ। ਠੀਕ ਨਾ, ਉਸ ਤੋਂ ਬਾਅਦ ਜਿਹੜਾ ਪੈਸਾ ਬਚਣਾ ਆ ਉਹ ਅਸੀਂ ਕਿਹਨੂੰ ਵੰਡਣਾ ਹੈਗਾ ਜੀ ਸਾਡੇ ਕੋਲ ਕਿਹਾ ਜੀ ਸ਼ੇਅਰ ਹੋਲਡਰ ਲਈ ਬਚ ਜਾਂਦਾ। ਹੁਣ ਅਸੀਂ ਉਹ ਦੇਖਣਾ ਆ ਕਿ ਜਿਹੜਾ ਉਹ ਵਾਲਾ ਪੈਸਾ ਆ ਉਹ ਸ਼ੇਅਰ ਹੋਲਡਰ ਨੂੰ ਅਸੀਂ ਕੀ ਦੇਣਾ ਹੈਗਾ ਜੀ ਡਿਵੀਡੈਂਡ ਦੇ ਰੂਪ ਵਿੱਚ ਵੰਡ ਦਈਏ ਜਾਂ ਰਿਟੇਨ ਅਰਨਿੰਗ ਵਿੱਚ ਕਿਹਾ ਜੀ ਰੱਖ ਲਈਏ। ਜੇ ਤਾਂ ਮੰਨ ਲਓ ਬੇਟਾ ਸਾਨੂੰ ਲੱਗਦਾ ਹੈ ਕਿ ਸ਼ੇਅਰ ਹੋਲਡਰ ਨੂੰ ਸਾਨੂੰ ਕਿਹਾ ਜੀ ਸਾਡੇ ਬਿਜ਼ਨਸ ਦੀ ਗਰੋਥ ਪਲੱਸ ਕਿਹਾ ਜੀ ਘੱਟ ਵਾ, ਸਾਨੂੰ ਘੱਟ ਲੋੜ ਆ। ਠੀਕ ਨਾ, ਅਤੇ ਆਪਾਂ ਸ਼ੇਅਰ ਹੋਲਡਰ ਨੂੰ ਵੀ ਸੈਟਿਸਫਾਈ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਬੇਟਾ ਕਿਹਾ ਜੀ ਡਿਵੀਡੈਂਡ ਦੇ ਰੂਪ ਵਿੱਚ ਪੈਸਾ ਦੇ ਦੇਣਾ। ਔਰ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਫਿਊਚਰ ਦੇ ਵਿੱਚ ਕੋਈ ਗਰੋਥ ਪਲਾਨ ਹੈਗਾ, ਕੋਈ ਆਪਾਂ
ਆਪਣੀ ਪ੍ਰੋਡਕਸ਼ਨ ਨੂੰ ਵਧਾਉਣਾ ਆ, ਪਲੱਸ ਕਿ ਜੋ ਓਪਰਚੁਨਿਟੀਜ਼ ਹੈਗੀਆਂ ਆ ਕਿ ਫਿਊਚਰ ਵਿੱਚ ਆਪਾਂ ਇਨਵੈਸਟਮੈਂਟ ਨੂੰ ਹੋਰ ਇਨਕਰੀਜ਼ ਕਰ ਸਕਦੇ, ਕੋਈ ਐਸਟ ਖਰੀਦਣਾ ਆ, ਤਾਂ ਉਹਦੇ ਲਈ ਆਪਾਂ ਕੀ ਕਰਨਾ ਹੈਗਾ, ਰਿਟੇਨ ਅਰਨਿੰਗ ਦੇ ਵਿੱਚ ਜਿਹੜਾ ਪੈਸਾ ਹੈ ਉਹ ਬਚਾ ਕੇ ਰੱਖ ਲੈਂਦੇ ਆ। ਠੀਕ ਨਾ, ਉਹ ਪੈਸਾ ਕਿਹਾ ਜੀ ਆਪਾਂ ਬਚਾ ਕੇ ਰੱਖ ਲੈਂਦੇ ਆ, ਅਸੀਂ ਉਹਨੂੰ ਕਿਹਾ ਜੀ ਯੂਜ਼ ਨਹੀਂ ਕਰਦੇ, ਨਾ ਹੀ ਕਿਹਾ ਜੀ ਸ਼ੇਅਰ ਹੋਲਡਰ ਵਿੱਚ ਵੰਡਿਆ ਜਾਂਦਾ ਹੈ। ਠੀਕ ਨਾ, ਕਿ ਮਤਲਬ ਜਿਹੜਾ ਪੈਸਾ ਅਸੀਂ ਇਹ ਡਿਸਾਈਡ ਕਰਨਾ ਸ਼ੇਅਰ ਹੋਲਡਰ ਵਿੱਚ ਵੰਡ ਦਈਏ ਜਾਂ ਫਿਰ ਕਹਿ ਜੀ ਉਹ ਪੈਸਾ ਫਿਊਚਰ ਵਿੱਚ ਇਨਵੈਸਟਮੈਂਟ ਕਰਨ ਲਈ ਬਚਾ ਕੇ ਰੱਖ ਲਈਏ, ਜਿਹਦੇ ਨਾਲ ਆਪਾਂ ਬਿਜ਼ਨਸ ਦੀ ਹੋਰ ਜ਼ਿਆਦਾ ਗਰੋਥ ਕਰ ਸਕੀਏ। ਇਹ ਬੇਟਾ ਸਾਡੇ ਮੇਨ ਡਿਸੀਜਨ ਸੀਗੇ 3। ਠੀਕ ਨਾ, ਉਹ ਤੋਂ ਬੇਟਾ ਅੱਗੇ ਹੈਗਾ ਸਾਡੇ ਕੋਲ ਕਿਹਾ ਜੀ ਕਿ ਜਿਹੜੇ ਅਲੱਗ-ਅਲੱਗ ਡਿਸੀਜਨ ਲਏ ਆ, ਠੀਕ ਨਾ, ਉਹਨਾਂ ਡਿਸੀਜਨ ਨੂੰ ਕਿਹੜੇ ਫੈਕਟਰ ਅਫੈਕਟ ਕਰਦੇ ਆ। ਠੀਕ ਨਾ, ਜਿੱਦਾਂ ਪਹਿਲੇ ਨੰਬਰ 'ਤੇ ਹੈਗਾ ਆਪਾਂ ਇਨਵੈਸਟਮੈਂਟ ਡਿਸੀਜਨ ਲਿਆ ਸੀਗਾ, ਉਹਦੇ ਵਿੱਚ ਅਸੀਂ ਕੀ ਦੇਖਣਾ ਹੈਗਾ, ਫੈਕਟਰ ਅਫੈਕਟਿੰਗ ਦੀ ਇਨਵੈਸਟਮੈਂਟ ਡਿਸੀਜਨ ਜਾਂ ਕੈਪੀਟਲ ਡਿਸੀਜਨ, ਪਲੱਸ ਕਿਹਾ ਜੀ ਕਿ ਜਿਹਦੇ ਵਿੱਚ ਅਸੀਂ ਕਿਹੜੇ ਫੈਕਟਰ ਆ ਜਿਹੜੇ ਇਹ ਡਿਸਾਈਡ ਕਰਦੇ ਆ ਕਿ ਜਿਹੜਾ ਸਾਡਾ ਕਿਹਾ ਜੀ ਇਨਵੈਸਟਮੈਂਟ ਦਾ ਡਿਸੀਜਨ ਆ ਉਹ ਕਿਸ ਤਰ੍ਹਾਂ ਦਾ ਹੋਊਗਾ, ਕਿਹਦੇ ਵਿੱਚ ਇਨਵੈਸਟਮੈਂਟ ਕਰਨੀ ਆ, ਕਿਹ 'ਚ ਇਨਵੈਸਟਮੈਂਟ ਨਹੀਂ ਕਰਨੀ। ਕਿਉਂਕਿ ਬੇਟਾ ਡਿਸੀਜਨ ਦਾ ਮਤਲਬ ਇਹ ਹੁੰਦਾ ਆ ਕਿ ਸਾਡੇ ਕੋਲ 2 ਅਲਟਰਨੇਟਿਵ ਆ, ਉਹਨਾਂ ਅਲਟਰਨੇਟਿਵ ਦੇ ਵਿੱਚੋਂ ਅਸੀਂ ਕਿਸੇ ਇੱਕ ਅਲਟਰਨੇਟਿਵ ਨੂੰ ਕੀ ਕਰਨਾ ਜੀ, ਸਿਲੈਕਟ ਕਰਨਾ ਹੈ। ਠੀਕ ਨਾ, ਉਹ ਸਿਲੈਕਸ਼ਨ ਕਰਨ ਵੇਲੇ ਜਿਹੜੀਆਂ ਚੀਜ਼ਾਂ ਅਫੈਕਟ ਕਰਦੀਆਂ ਆ ਉਹ ਸਾਡੇ ਕੋਲ ਪੁਆਇੰਟ ਹੈਗੇ ਆ। ਠੀਕ ਨਾ, ਪਹਿਲੇ ਨੰਬਰ 'ਤੇ ਬੇਟਾ ਹੈਗਾ ਸਾਡੇ ਕੋਲ ਕੈਸ਼ ਫਲੋ ਆਫ ਪ੍ਰੋਜੈਕਟ। ਠੀਕ ਨਾ ਬੇਟਾ, ਜਦੋਂ ਵੀ ਆਪਾਂ ਇਨਵੈਸਟਮੈਂਟ ਦਾ ਡਿਸੀਜਨ ਲੈਣਾ ਆ, ਪਹਿਲਾਂ ਅਸੀਂ ਕੀ ਕਰਨਾ ਹੈਗਾ ਜੀ ਕਿ ਮੰਨ ਲਓ ਅਸੀਂ ਇਨਸ਼ੋਰ ਕਰ ਲੈਂਦੇ ਹਾਂ ਕਿ ਜਿਸ ਪ੍ਰੋਜੈਕਟ ਵਿੱਚ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ ਉਹ ਤੋਂ ਸਾਨੂੰ ਕੈਸ਼ ਆ ਜਿਹੜਾ ਰੈਗੂਲਰ ਇਨਫਲੋ ਆ ਰਿਹਾ, ਯਾਨੀ ਕਿ ਪੈਸਾ ਆ ਰਿਹਾ ਆ, ਜਿਹਦੇ ਨਾਲ ਸਾਡੀਆਂ ਡੇ ਟੂ ਜਿਹੜੀਆਂ ਰੋਜ਼ਾਨਾ ਦੀਆਂ ਰਿਕੁਆਇਰਮੈਂਟਾਂ ਆ ਉਹ ਪੂਰੀਆਂ ਹੋ ਜਾਣ। ਠੀਕ ਨਾ, ਕਿ ਜੇ ਮਤਲਬ ਉਹ ਤੋਂ ਸਾਨੂੰ ਰੋਜ਼ਾਨਾ ਕਿਹਾ ਜੀ ਹਰ ਰੋਜ਼ ਪੈਸਾ ਆ ਰਿਹਾ ਆ, ਠੀਕ ਨਾ, ਤੇ ਅਸੀਂ ਕੀ ਕਰਾਂਗੇ ਜੀ, ਤੇ ਉਹਦੇ ਵਿੱਚ ਇਨਵੈਸਟਮੈਂਟ ਕਰ ਦਾਂਗੇ। ਠੀਕ ਨਾ, ਕਿ ਸਾਡੀਆਂ ਰਿਕੁਆਇਰਮੈਂਟਾਂ ਕਿੱਦਾਂ ਹੈ, ਜੇ ਸਾਨੂੰ ਰੋਜ਼ਾਨਾ ਪੈਸਾ ਚਾਹੀਦਾ ਆ ਤਾਂ ਅਸੀਂ ਉਹਦੇ ਵਿੱਚ ਪੈਸਾ ਲਾਵਾਂਗੇ ਜਿਹਦੇ ਵਿੱਚ ਕੈਸ਼ ਸਾਨੂੰ ਕੀ ਹੁੰਦਾ ਜੀ, ਇਨਫਲੋ ਆਉਂਦਾ ਆ। ਠੀਕ ਆ, ਦੂਜੇ ਨੰਬਰ 'ਤੇ ਬੇਟਾ ਹੈਗਾ ਰਿਟਰਨ ਔਨ ਇਨਵੈਸਟਮੈਂਟ। ਰਿਟਰਨ ਔਨ ਇਨਵੈਸਟਮੈਂਟ ਦਾ ਮਤਲਬ ਕਿਹਾ ਜੀ ਕਿ ਜਿਹੜੀ ਇਨਵੈਸਟਮੈਂਟ ਪ੍ਰਪੋਜ਼ਲ ਅਸੀਂ ਕਿਹਾ ਜੀ ਉਹਦੇ ਵਿੱਚ ਕਰਨਾ ਚਾਹਾਂਗੇ ਜਿਹਦੇ ਵਿੱਚ ਸਾਨੂੰ ਰਿਟਰਨ ਕੀ ਹੋਵੇ ਜੀ, ਵਧੀਆ ਫੋਰਮ ਵਿੱਚ। ਜਿੱਦਾਂ ਮੰਨ ਲਓ 2 ਪ੍ਰੋਜੈਕਟ ਵਾ, ਇੱਕ ਏ ਵਿੱਚ ਸਾਨੂੰ ਕਿੰਨੀ ਰਿਟਰਨ ਆਉਂਦੀ ਹੈ ਜੀ 10%, ਦੂਜੇ ਵਿੱਚ ਕਿੰਨੀ ਆਉਂਦੀ ਹੈ ਜੀ 15%। ਠੀਕ ਨਾ, ਤਾਂ ਨੈਚੁਰਲੀ ਹੈ ਬੇਟਾ ਜਿਹਦੇ ਵਿੱਚ ਸਾਨੂੰ 15% ਕਿਹਾ ਜੀ ਜ਼ਿਆਦਾ ਰਿਟਰਨ ਵਾ, ਅਸੀਂ ਉਸ ਪ੍ਰੋਜੈਕਟ ਦੇ ਵਿੱਚ ਇਨਵੈਸਟਮੈਂਟ ਕਰਾਂਗੇ। ਠੀਕ ਨਾ, ਰਿਟਰਨ ਦਾ ਮਤਲਬ ਕਿਹਾ ਜੀ ਕਿ ਜੇ ਤੁਸੀਂ 100 ਰੁਪਇਆ ਲਾਇਆ, ਇੱਕ ਪ੍ਰੋਜੈਕਟ ਸਾਨੂੰ 10 ਰੁਪਏ ਦਾ ਪ੍ਰੋਫਿਟ ਹੋਇਆ, ਇੱਕ ਜੋ ਕਿੰਨੇ ਦਾ ਹੋਇਆ ਜੀ 15 ਰੁਪਏ ਦਾ, ਤਾਂ ਨੈਚੁਰਲੀ ਹੈ ਜੀ ਆਪਾਂ ਪ੍ਰੋਫਿਟ ਕੀ ਚਾਹਾਂਗੇ, ਜ਼ਿਆਦਾ ਚਾਹਾਂਗੇ। ਪ੍ਰੋਫਿਟ ਕੀ ਚਾਹਾਂਗੇ, ਜ਼ਿਆਦਾ ਚਾਹਾਂਗੇ। ਇਸ ਕਰਕੇ ਅਸੀਂ ਕਿਹ 'ਚ ਇਨਵੈਸਟ ਕਰਾਂਗੇ ਵੀ ਜੀ ਬੀ ਪ੍ਰੋਜੈਕਟ ਵਿੱਚ ਕਰਾਂਗੇ ਜਿਹਦੇ ਵਿੱਚ ਸਾਨੂੰ ਰਿਟਰਨ ਕਿੰਨੀ ਆ ਰਹੀ ਆ 15%। ਠੀਕ ਨਾ, ਕਿ ਮਤਲਬ ਕਹਿ ਜੀ ਕਿ ਜਿਹਦੇ ਵਿੱਚ ਜਿੰਨੀ ਸਾਨੂੰ ਰਿਟਰਨ ਜ਼ਿਆਦਾ ਹੋਊਗੀ ਇਹਦਾ ਮਤਲਬ ਉਹਦਾ ਪ੍ਰੋਫਿਟ ਵੀ ਉਨਾ ਸਾਨੂੰ ਕਹਿ ਜੀ ਜ਼ਿਆਦਾ ਆ। ਠੀਕ ਨਾ, ਕਿਉਂਕਿ ਬੇਟਾ ਕੋਈ ਵੀ ਆਪਾਂ ਇਨਵੈਸਟਮੈਂਟ ਕਰਦੇ ਆ ਮੇਨ ਪਰਪਸ ਕੀ ਹੁੰਦਾ, ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਕਮਾਉਣਾ। ਜੇ ਸਾਨੂੰ ਇੱਕ ਤੋਂ 10 ਰੁਪਏ ਆ ਰਹੇ ਆ ਅਤੇ ਇੱਕ ਤੋਂ 15 ਰੁਪਏ ਆ ਤਾਂ ਨੈਚੁਰਲੀ ਹੈ ਜੀ ਆਪਾਂ ਇਨਵੈਸਟਮੈਂਟ ਪੈਸਾ ਕਿਹਦੇ ਵਿੱਚ ਲਾਵਾਂਗੇ, ਉਸ ਪ੍ਰੋਜੈਕਟ ਵਿੱਚ ਲਾਵਾਂਗੇ ਜਿਹਦੇ ਵਿੱਚ ਸਾਨੂੰ 15% ਕਿਹਾ ਜੀ ਪੈਸਾ ਆ ਰਿਹਾ ਹੈ। ਠੀਕ ਨਾ, ਕਰਕੇ ਉਹਦੇ ਵਿੱਚ ਕਿਹਾ ਸਾਨੂੰ ਜ਼ਿਆਦਾ ਪ੍ਰੋਫਿਟ ਹੋਣਾ। ਅੱਗੇ ਬੇਟਾ ਤੀਜੇ ਨੰਬਰ 'ਤੇ ਹੈਗਾ ਸਾਡੇ ਕੋਲ ਰਿਸਕ ਇਨਵੋਲਵ। ਠੀਕ ਨਾ, ਕਿ ਪਲੱਸ ਕਿਹਾ ਜੀ ਕਿ ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਕੋਲ ਮੰਨ ਲਓ ਕਿਹਾ ਜੀ ਇਨਵੈਸਟਮੈਂਟ ਜਿਸ ਪ੍ਰਪੋਜ਼ਲ ਵਿੱਚ ਕਰ ਰਹੇ ਆ ਉਹਦੇ ਵਿੱਚ ਰਿਸਕ ਕਿੰਨਾ, ਕਿਉਂਕਿ ਬੇਟਾ ਹਰੇਕ ਪ੍ਰੋਜੈਕਟ ਦੇ ਵਿੱਚ ਰਿਸਕ ਹੁੰਦਾ। ਮੰਨ ਲਓ ਸਾਡੇ ਕੋਲ 2 ਪ੍ਰੋਜੈਕਟ ਵਾ, ਠੀਕ ਨਾ ਜੀ, ਕਿ ਮਤਲਬ ਕਿ ਜੀ ਆਪਾਂ ਸਾਡੇ ਕੋਲ 2 ਪ੍ਰੋਜੈਕਟ ਆ, ਪਹਿਲਾਂ ਆਪਾਂ ਉਹਨਾਂ ਦਾ ਰਿਸਕ ਕੈਲਕੂਲੇਟ ਕਰ ਲੈਣਾ ਕਿ ਕਿਹਦੇ ਵਿੱਚ ਰਿਸਕ ਕਿਹਾ ਜੀ ਜ਼ਿਆਦਾ ਹੈ ਅਤੇ ਕਿਹਦੇ ਵਿੱਚ ਰਿਸਕ ਕਿਹਾ ਜੀ ਜ਼ਿਆਦਾ। ਕਿਉਂਕਿ ਬੇਟਾ ਜਿੰਨਾ ਰਿਸਕ ਜ਼ਿਆਦਾ ਹੋਣਾ ਨਾ ਲੋਸ ਹੋਣ ਦੇ ਉਨੇ ਚਾਂਸਸ ਕੀ ਹੋਣੇ ਆ ਜੀ ਜ਼ਿਆਦਾ, ਔਰ ਜਿੰਨਾ ਰਿਸਕ ਘੱਟ ਹੋਊਗਾ ਉਨੀ ਸਾਡੀ ਇਨਵੈਸਟਮੈਂਟ ਕੀ ਹੋਣੀ ਹੈ ਜੀ ਸਿਕਿਉਰ ਹੋਣੀ ਹੈ। ਠੀਕ ਨਾ, ਜਿੱਦਾਂ ਹੁਣ ਮੰਨ ਲਓ ਸਾਡੇ ਕੋਲ 2 ਪ੍ਰੋਜੈਕਟ ਹੈ ਕਿ ਏ ਹੈ ਇੱਕ ਬੀ ਆ, ਏ ਦੇ ਵਿੱਚ 10% ਰਿਸਕ ਆ, ਬੀ ਦੇ ਵਿੱਚ ਕਿੰਨਾ ਜੀ 12%। ਨੈਚੁਰਲੀ ਹੈ ਜੀ ਆਪਾਂ ਆਪਣੀ ਇਨਵੈਸਟਮੈਂਟ ਨੂੰ ਕੀ ਕਰਾਂਗੇ ਜੀ ਸਿਕਿਉਰ ਕਰਾਂਗੇ। ਠੀਕ ਨਾ, ਔਰ ਸਿਕਿਉਰ ਕਦੋਂ ਹੋਣੀ ਆ, ਜਿੰਨਾ ਰਿਸਕ ਕੀ ਹੋਊਗਾ ਜੀ ਘੱਟ। ਇਸ ਕਰਕੇ ਆਪਾਂ ਕਿਹੜੀ ਸਿਲੈਕਟ ਕਰਾਂਗੇ ਜੀ, ਇਹ ਪ੍ਰੋਜੈਕਟ ਦੇ ਵਿੱਚ ਇਨਵੈਸਟਮੈਂਟ ਕਰਾਂਗੇ ਕਰਕੇ ਉੱਥੇ ਰਿਸਕ ਵੀ ਘੱਟ ਵਾ। ਠੀਕ ਨਾ, ਅਤੇ ਪਲੱਸ ਕਿਹਾ ਜੀ ਸਾਡੀ ਇਨਵੈਸਟਮੈਂਟ ਵੀ ਕੀ ਹੋਣੀ ਆ ਜੀ ਸਿਕਿਉਰ ਹੋਣੀ ਆ। ਠੀਕ ਨਾ, ਕਿਉਂਕਿ ਜੇ ਸਾਡੀ ਕਿਹਾ ਜੀ ਇਨਵੈਸਟਮੈਂਟ ਸਿਕਿਉਰ ਆ ਤਾਂ ਨੈਚੁਰਲੀ ਉਨਾ ਹੀ ਸਾਨੂੰ ਜ਼ਿਆਦਾ ਪ੍ਰੋਫਿਟ ਹੋਣਾ ਆ। ਜੇ ਮਤਲਬ ਰਿਸਕ ਜ਼ਿਆਦਾ ਆ ਤਾਂ ਸਾਡੀ ਕਿਹਾ ਜੀ ਇਨਵੈਸਟਮੈਂਟ ਸਿਕਿਉਰ ਵੀ ਉਨੀ ਘੱਟ ਹੋਣੀ ਆ, ਅਤੇ ਪਲੱਸ ਕਿਹਾ ਜੀ ਉਹਦੇ ਵਿੱਚ ਸਾਨੂੰ ਪ੍ਰੋਫਿਟ ਹੋਣ ਦੇ ਚਾਂਸਸ ਵੀ ਉਨੇ ਕੀ ਹੋਣੇ ਆ ਜੀ ਘੱਟ। ਇਸ ਕਰਕੇ ਬੇਟਾ ਜਿਹਦੇ ਵਿੱਚ ਰਿਸਕ ਘੱਟ ਹੁੰਦਾ ਹੈ ਨਾ ਅਸੀਂ ਕਿਹਾ ਜੀ ਇਨਵੈਸਟਮੈਂਟ ਉਹਦੇ ਵਿੱਚ ਕਰਦੇ, ਯਾਨੀ ਕਿ ਜਿਹੜਾ ਰਿਸਕ ਆ ਨਾ ਕਿਸੇ ਵੀ ਮੰਨ ਲਓ ਇਨਵੈਸਟਮੈਂਟ ਦੇ ਵਿੱਚ ਉਹ ਵੀ ਕਿਹਾ ਜੀ ਸਾਡੇ ਇਨਵੈਸਟਮੈਂਟ ਦੇ ਡਿਸੀਜਨ ਨੂੰ ਕੀ ਕਰਦਾ ਹੈ ਜੀ ਅਫੈਕਟ ਕਰਦਾ ਹੈ। ਠੀਕ ਹੈ ਨਾ, ਉਹ ਤੋਂ ਬੇਟਾ ਅੱਗੇ ਹੈਗਾ ਜੀ ਇਨਵੈਸਟਮੈਂਟ ਕ੍ਰਾਈਟੀਰੀਆ ਸਾਡਾ ਕੀ ਆ। ਇਨਵੈਸਟਮੈਂਟ ਕ੍ਰਾਈਟੀਰੀਆ ਦੇ ਵਿੱਚ ਬੇਟਾ ਜਿੱਦਾਂ ਆਪਾਂ ਪਹਿਲਾਂ ਉੱਪਰਲੇ ਸਾਰੇ ਦੇਖ ਰਹੇ ਨਾ, ਉੱਪਰਲੀ ਚੀਜ਼ ਜਦੋਂ ਆਪਾਂ ਐਨਾਲਾਈਜ਼ ਕਰਨੀ ਆ ਕਿ ਕੈਸ਼ ਫਲੋ ਕਿੰਨਾ ਆ, ਰਿਸਕ ਕਿੰਨਾ ਆ, ਰਿਟਰਨ ਕਿੰਨਾ ਆ।
ਠੀਕ ਨਾ। ਇਹ ਤੋਂ ਇਲਾਵਾ ਵੀ ਅਸੀਂ ਕਿਹਾ ਜੀ ਕਈ ਚੀਜ਼ਾਂ ਦੀਆਂ ਹੋਰ ਚੀਜ਼ਾਂ, ਜਿੱਦਾਂ ਮਤਲਬ ਕਿ ਜੀ ਫੋਰ ਐਗਜ਼ਾਮਪਲ ਕਿ ਮਤਲਬ ਜੀ ਰॉ ਮਟੀਰੀਅਲ, ਠੀਕ ਨਾ, ਕਿ ਸਾਨੂੰ ਇੱਦਾਂ ਦੇ ਪ੍ਰੋਜੈਕਟ ਵਿੱਚ ਪੈਸਾ ਇਨਵੈਸਟਮੈਂਟ ਕਰਨਾ ਚਾਹੀਦਾ ਜਿਹਦਾ ਰॉ ਮਟੀਰੀਅਲ ਆਸਾਨੀ ਨਾਲ ਮਿਲ ਜਾਵੇ, ਠੀਕ ਨਾ। ਜਿਹੜੀ ਉਹਦੀ ਟੈਕਨੋਲੋਜੀ ਆ, ਟੈਕਨੋਲੋਜੀ ਮਸ਼ੀਨਰੀ, ਉਹ ਵੀ ਸਾਨੂੰ ਕਿਹਾ ਜੀ ਆਸਾਨੀ ਨਾਲ ਕੀ ਹੋ ਜਾਵੇ ਜੀ, ਅਵੇਲੇਬਲ ਹੋ ਜਾਵੇ। ਇਹ ਨਾ ਹੋਵੇ ਕਿ ਜਿਹੜੇ ਪ੍ਰੋਜੈਕਟ ਵਿੱਚ ਅਸੀਂ ਪੈਸਾ ਲਾਇਆ ਨਾ ਤਾਂ ਸਾਨੂੰ ਉਹਨੇ ਚਲਾਉਣ ਲਈ ਰॉ ਮਟੀਰੀਅਲ ਸਹੀ ਟਾਈਮ 'ਤੇ ਮਿਲਦਾ ਪਿਆ, ਨਾ ਜੀ ਮਸ਼ੀਨਰੀ ਵਧੀਆ ਮਿਲਦੀ ਪਈ ਆ, ਨਾ ਜਿਹੜਾ ਉਹਨੂੰ ਇਨਪੁਟ ਚਾਹੀਦਾ ਉਹ ਵੀ ਸਾਨੂੰ, ਜਿੱਦਾਂ ਮਤਲਬ ਲੇਬਰ ਜਿਸ ਚੀਜ਼ ਦੀ ਚਾਹੀਦੀ ਆ ਉਹ ਸਾਨੂੰ ਲੇਬਰ ਵੀ ਨਹੀਂ ਮਿਲ ਰਹੀ, ਠੀਕ ਨਾ। ਕਿ ਮਤਲਬ ਕਿਹਾ ਜੀ ਕਿ ਜਦੋਂ ਆਪਾਂ ਪ੍ਰੋਜੈਕਟ ਦੇ ਵਿੱਚ ਪੈਸਾ ਲਾਉਣਾ ਆ ਤਾਂ ਸਾਨੂੰ ਕਿਹਾ ਜੀ ਪ੍ਰੋਜੈਕਟ ਦੇ ਵਿੱਚ ਇਹ ਵੀ ਚੀਜ਼ਾਂ ਦੇਖ ਲੈਣੀ ਚਾਹੀਦੀਆਂ ਕਿ ਉਸ ਪ੍ਰੋਜੈਕਟ ਨੂੰ ਚਲਾਉਣ ਦੇ ਲਈ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਆ ਉਹ ਸਾਨੂੰ ਆਸਾਨੀ ਨਾਲ ਮਿਲ ਜਾਂਦੇ ਆ। ਜੇ ਮਤਲਬ ਕਿਹਾ ਜੀ ਉਹ ਆਸਾਨੀ ਨਾਲ ਮਿਲ ਜਾਂਦਾ, ਸਾਨੂੰ ਉਸ ਚੀਜ਼ ਦੇ ਵਿੱਚ ਹੀ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਹੋਰ ਪ੍ਰੋਜੈਕਟ ਦੇ ਵਿੱਚ ਜਿਹਦੇ ਵਿੱਚ ਨਾ ਰॉ ਮਟੀਰੀਅਲ ਮਿਲਦਾ, ਨਾ ਸਾਨੂੰ ਮਸ਼ੀਨਰੀ ਮਿਲਦੀ, ਨਾ ਸਾਨੂੰ ਲੇਬਰ ਮਿਲਦੀ ਹੈ, ਠੀਕ ਹੈ ਨਾ। ਉਹ ਤੋਂ ਬੇਟਾ ਅੱਗੇ ਹੈਗਾ ਸਾਡੇ ਕੋਲ ਕਿਹਾ ਜੀ ਫੈਕਟਰ ਅਫੈਕਟਿੰਗ ਦੀ ਫਾਈਨੈਂਸ਼ੀਅਲ ਡਿਸੀਜਨ, ਮਤਲਬ ਉਹ ਵਾਲੇ ਡਿਸੀਜਨ ਜਿਹੜੇ ਸਾਡੇ ਕਿਹਾ ਜੀ ਫਿਨਾਂਸ ਨਾਲ ਰਿਲੇਟਡ, ਠੀਕ ਨਾ, ਡਿਸੀਜਨ ਨੂੰ ਕੀ ਕਰਦੇ ਆ ਜੀ, ਅਫੈਕਟ ਕਰਦੀ ਆ, ਠੀਕ ਨਾ। ਕਿ ਜਿੱਦਾਂ ਫਿਨਾਂਸ ਦੇ ਵਿੱਚ ਆਪਾਂ ਕੀ ਦੇਖਣਾ ਸੀਗਾ, ਇਹ ਦੇਖਣਾ ਸੀਗਾ ਕਿ ਫਿਨਾਂਸ ਅਸੀਂ ਕਿੱਥੋਂ ਕਿੱਥੋਂ ਇਕੱਠਾ ਕਰਨਾ ਆ, ਕਿੰਨੀ ਕਿੰਨੀ ਮਾਤਰਾ ਵਿੱਚ ਇਕੱਠਾ ਕਰਨਾ ਆ, ਜਿਹੜਾ ਉਹਨਾਂ ਨੂੰ ਮਤਲਬ ਕਿ ਸੋਰਸਿਸ ਨੂੰ ਸਿਲੈਕਟ ਕਰਨੇ ਦੇ ਵਿੱਚ, ਠੀਕ ਹੈ ਨਾ, ਸੋਰਸਿਸ ਨੂੰ ਸਿਲੈਕਟ ਕਰਨੇ ਵਿੱਚ ਜਿਹੜੇ ਡਿਸੀਜਨ ਲੈਣਾ ਆ ਜਿਹੜੇ ਉਸ ਚੀਜ਼ ਨੂੰ ਇਫੈਕਟ ਕਰਦੇ। ਪਹਿਲੇ ਨੰਬਰ 'ਤੇ ਤਾਂ ਬੇਟਾ ਕੋਸਟ ਵਾ, ਪਹਿਲੇ ਨੰਬਰ 'ਤੇ ਕਿਹਾ ਜੀ ਕੋਸਟ ਵਾ, ਜਿਹਦੇ ਨਾਲ ਕਿਹਾ ਜੀ ਜਿਹੜਾ ਫਿਨਾਂਸ ਲੈ ਰਹੇ ਆ ਉਹਦਾ ਖਰਚਾ ਕਿੰਨਾ ਪੈ ਰਿਹਾ। ਜਿੱਦਾਂ ਬੇਟਾ ਕੋਸਟ ਆਫ ਡੈਬਿਟ, ਜੇ ਆਪਾਂ ਕਿਸੇ ਤੋਂ ਉਧਾਰ ਲੈਂਦੇ ਆ ਨਾ ਤਾਂ ਉਹਦੇ ਵਿੱਚ ਸਾਨੂੰ ਇੰਟਰਸਟ ਪੇਡ ਕਰਨਾ ਪੈਂਦਾ ਆ, ਔਰ ਜੇ ਮਤਲਬ ਕਿਹਾ ਜੀ ਕੋਸਟ ਆਫ ਇਕੁਇਟੀ, ਜੇ ਅਸੀਂ ਆਪਣਾ ਪੈਸਾ ਲਾਣੇ ਆ ਜਿਹੜੀ ਉਹਦੀ ਕੋਸਟ ਕੀ ਹੋਣੀ ਆ, ਉਹ ਕੀ ਹੋਣੀ ਆ ਜੀ, ਡਿਵੀਡੈਂਡ ਹੋਣਾ ਆ, ਠੀਕ ਹੈ ਨਾ। ਕਿ ਅਸੀਂ ਇਹਨਾਂ ਵਿੱਚੋਂ ਉਹ ਵਾਲਾ ਮੈਂ ਜੀ ਮੈਥਡ ਯੂਜ਼ ਕਰਨਾ ਆ ਜਿਹਦੇ ਵਿੱਚ ਕੋਸਟ ਆਫ ਕਿਹਾ ਜੀ ਸਾਡੇ ਕੋਲ ਜਿਹੜੀ ਮਤਲਬ ਡੈਬਿਟ ਦੀ ਆ ਜਾਂ ਕੋਸਟ ਆਫ ਫਾਈਨਾਂਸ ਆ ਘੱਟ ਤੋਂ ਘੱਟ ਹੋਵੇ, ਠੀਕ ਹੈ ਨਾ। ਦੂਜੇ ਨੰਬਰ 'ਤੇ ਹੈਗਾ ਬੇਟਾ ਰਿਸਕ, ਠੀਕ ਹੈ ਨਾ। ਦੂਜੇ ਨੰਬਰ 'ਤੇ ਕਿਹਾ ਹੈ ਜੀ ਰਿਸਕ। ਜਿੱਦਾਂ ਪਹਿਲੇ ਨੰਬਰ 'ਤੇ ਹੈਗਾ ਬਰੋਡ ਫੰਡ ਆ, ਜੇ ਆਪਾਂ ਕਿਸੇ ਤੋਂ ਉਧਾਰ ਲੈਂਦੇ ਆ ਉਹਦੇ ਵਿੱਚ ਰਿਸਕ ਜ਼ਿਆਦਾ ਹੋਣਾ। ਰਿਸਕ ਕਿੱਦਾਂ ਜ਼ਿਆਦਾ ਹੋਣਾ, ਚਾਹੇ ਸਾਡੇ ਪ੍ਰੋਫਿਟ ਮਤਲਬ ਕਿ ਜੀ ਪ੍ਰੋਫਿਟ ਹੋਵੇ ਚਾਹੇ ਲੋਸ ਹੋਵੇ, ਸਾਨੂੰ ਉਹਦਾ ਇੰਟਰਸਟ ਤਾਂ ਦੇਣਾ ਹੀ ਪੈਣਾ ਆ। ਦੂਜੇ ਨੰਬਰ 'ਤੇ ਜਿਹੜੇ ਓਨਰ ਫੰਡ ਹੁੰਦੇ ਆ ਉਹਨਾਂ ਵਿੱਚ ਰਿਸਕ ਕੀ ਹੁੰਦਾ ਜੀ, ਘੱਟ ਹੁੰਦਾ, ਕਿਉਂਕਿ ਜੇ ਕੱਲ੍ਹ ਨੂੰ ਬਿਜ਼ਨਸ ਦੇ ਵਿੱਚ ਲੋਸ ਹੋ ਗਿਆ ਨਾ ਤਾਂ ਜਿਹੜੇ ਸ਼ੇਅਰ ਹੋਲਡਰ ਆ ਅਸੀਂ ਉਹਨਾਂ ਨੂੰ ਡਿਵੀਡੈਂਡ ਕਿਹਾ ਜੀ ਨਾ ਵੀ ਦਈਏ ਤਾਂ ਵੀ ਚੱਲ ਸਕਦਾ ਆ, ਠੀਕ ਨਾ। ਇਸ ਕਰਕੇ ਕਿਹਾ ਜੀ ਉਹਦੇ ਰਿਸਕ ਨੂੰ ਵੀ ਕੀ ਕਰਨਾ ਪੈਂਦਾ, ਕੰਪੇਅਰ ਕਰਨਾ ਪੈਂਦਾ, ਔਰ ਜ਼ਿਆਦਾਤਰ ਆਪਾਂ ਉਹਨੂੰ ਪ੍ਰੈਫਰੈਂਸ ਦਿੰਦੇ ਆ ਜਿਹਦੇ ਵਿੱਚ ਰਿਸਕ ਕੀ ਹੁੰਦਾ ਹੈ ਜੀ, ਘੱਟ ਹੁੰਦਾ, ਠੀਕ ਨਾ। ਕਿ ਜਿਹਦੇ ਵਿੱਚ ਜਿੰਨਾ ਰਿਸਕ ਘੱਟ ਹੋਊਗਾ ਅਸੀਂ ਉਹ ਸੋਰਸਸ ਕੀ ਕਰਨਾ ਹੈਗਾ ਜੀ, ਸਿਲੈਕਟ ਕਰਨਾ ਸੋਰਸ ਫਿਨਾਂਸ ਦੇ ਲਈ, ਠੀਕ ਨਾ। ਜੇ ਰਿਸਕ ਜ਼ਿਆਦਾ ਆ ਤਾਂ ਉਸ ਸੋਰਸਸ ਨੂੰ ਅਸੀਂ ਪੈਸਾ ਨਹੀਂ ਲੈਣਾ ਹੈ, ਠੀਕ ਹੈ ਨਾ। ਬੇਟਾ ਪਤਾ ਲੱਗ ਗਿਆ ਨਾ। ਅੱਗੇ ਹੈਗਾ ਜੀ ਕੈਸ਼ ਫਲੋ ਪੋਜੀਸ਼ਨ ਕੀ ਆ, ਕੈਸ਼ ਫਲੋ ਪੋਜੀਸ਼ਨ ਕੀ ਆ। ਜੇ ਮਤਲਬ ਬੇਟਾ ਸਾਡੇ ਕੋਲ ਕਿਹਾ ਜੀ ਕੈਸ਼ ਫਲੋ ਜਿਹੜਾ ਕਿ ਬਿਜ਼ਨਸ ਦੇ ਵਿੱਚ ਕੈਸ਼ ਫਲੋ ਦੀ ਪੋਜੀਸ਼ਨ ਕਿੱਦਾਂ ਦੀ, ਜੇ ਤਾਂ ਮਤਲਬ ਕਿਹਾ ਜੀ ਕੈਸ਼ ਫਲੋ ਜਿਹੜਾ ਸਮੂਥਲੀ ਆ, ਠੀਕ ਨਾ, ਪਲੱਸ ਕਿਹਾ ਜੀ ਕਿ ਈਜ਼ਲੀ ਸਾਡੇ ਕੋਲ ਹਰ ਰੋਜ਼ ਕੈਸ਼ ਆਉਂਦਾ ਰਹਿੰਦਾ ਆ, ਤਾਂ ਉਹਦੇ ਨਾਲ ਕਿਹਾ ਜੀ ਆਪਾਂ ਜਿਹੜਾ ਮਤਲਬ ਲੋਨ ਆ, ਠੀਕ ਨਾ, ਆਸਾਨੀ ਨਾਲ ਸਾਨੂੰ ਮਿਲ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਇਹਨਾਂ ਕੋਲ ਕੈਸ਼ ਆਉਂਦਾ ਰਹਿੰਦਾ ਰੈਗੂਲਰ, ਇਹ ਸਾਡਾ ਲੋਨ ਕਿਆ ਕਰ ਸਕਦੇ ਆ ਜੀ, ਵਾਪਸ ਕਰ ਸਕਦੇ ਆ, ਇੰਟਰਸਟ ਕਿਹਾ ਜੀ ਨਹੀਂ ਰੈਗੂਲਰ ਪੇਡ ਕਰੀ ਜਾਣਾ। ਲੇਕਿਨ ਦੂਜੇ ਪਾਸੇ ਜੇ ਸਾਡੇ ਕੋਲ ਸ਼ੋਰਟੇਜ ਹੋਵੇ ਕੈਸ਼ ਦੀ, ਸਾਨੂੰ ਜਿਹੜਾ ਕੈਸ਼ ਆ ਉਹ ਕਿਹਾ ਜੀ ਰੈਗੂਲਰ ਨਹੀਂ ਆਉਂਦਾ, ਕਈ ਵੇਲੇ ਕੈਸ਼ ਸਾਡਾ ਮਰ ਜਾਂਦਾ ਹੈ, ਕਈ ਵੇਲੇ ਸਾਨੂੰ ਸਾਲ ਬਾਅਦ 2 ਸਾਲ ਬਾਅਦ ਇੱਦਾਂ ਰਿਟਰਨ ਆਉਂਦੀ ਆ, ਠੀਕ ਨਾ। ਉਹਦੇ ਵਿੱਚ ਬੇਟਾ ਸਾਨੂੰ ਜਿਹੜਾ ਮਤਲਬ ਕਿਹਾ ਜੀ ਆਪਾਂ ਪ੍ਰੈਫਰੈਂਸ ਕਿਹਨੂੰ ਦੇਵਾਂਗੇ, ਓਨਰ ਫੰਡ ਨੂੰ ਦੇਵਾਂਗੇ, ਕਿਉਂਕਿ ਬੇਟਾ ਜੇ ਆਪਾਂ ਕਿਸੇ ਤੋਂ ਲੋਨ ਲੈਂਦੇ ਆ ਨਾ ਉਹਦਾ ਸਾਨੂੰ ਇੱਕ ਪਰਟੀਕੂਲਰ ਸਮੇਂ ਬਾਅਦ ਰੈਗੂਲਰ ਇੰਟਰਸਟ ਕਿਹਾ ਜੀ ਪੇਡ ਕਰਨਾ ਹੀ ਪੈਣਾ ਆ। ਅੱਗੇ ਬੇਟਾ ਹੈਗਾ ਜੀ ਸਾਡੇ ਕੋਲ ਕੰਟਰੋਲ ਕੰਸੀਡਰੇਸ਼ਨ, ਠੀਕ ਨਾ। ਕਿ ਜੇ ਦਾ ਮਤਲਬ ਕਿਆ ਹੈਗਾ ਜੀ, ਜੇ ਤਾਂ ਮਤਲਬ ਪੈਸਾ ਲੈਂਦੇ ਹੈਗੇ ਆਪਾਂ ਕਿ ਜਿਹੜੇ ਸ਼ੇਅਰ ਹੋਲਡਰ ਆ ਬੇਟਾ, ਜੇ ਤਾਂ ਮਤਲਬ ਆਪਣਾ ਪੂਰਾ ਕੰਪਲੀਟ ਕੰਟਰੋਲ ਆਪਣੇ ਹੱਥਾਂ ਵਿੱਚ ਰੱਖਣਾ ਚਾਹੁੰਦੇ ਆ ਤਾਂ ਨੈਚੁਰਲੀ ਆ ਜੀ ਉਹ ਕੀ ਲਓਗੇ, ਜ਼ਿਆਦਾਤਰ ਉਧਾਰ ਤੋਂ ਫੰਡ ਲਓਗੇ, ਠੀਕ ਨਾ, ਲੋਨ ਲਓਗੇ। ਕਿਉਂਕਿ ਬੇਟਾ ਜੇ ਮਤਲਬ ਕਿਹਾ ਜੀ ਉਹ ਆਪਣੇ ਮਤਲਬ ਹੋਰ ਨਵੇਂ ਸ਼ੇਅਰ ਹੋਲਡਰ ਇਸ਼ੂ ਕਰਕੇ ਆ ਸ਼ੇਅਰ ਓਨਰ ਫੰਡ ਦੇ ਥਰੂ ਇਕੱਠੇ ਕਰਦੇ ਆ ਤਾਂ ਉਹਨਾਂ ਦੇ ਕੋਲ ਕੀ ਕਰ ਜਾਣਾ ਹੈਗਾ ਜੀ, ਜਿਹੜਾ ਕੰਟਰੋਲ ਆ ਘੱਟ ਜਾਣਾ, ਕਿਉਂਕਿ ਨਵੇਂ ਸ਼ੇਅਰ ਹੋਲਡਰ ਆ ਜਾਣੇ, ਠੀਕ ਨਾ, ਤੇ ਉਹ ਵੀ ਮਾਲਕ ਹੋਏ ਨੇ, ਕੰਟਰੋਲ ਉਹਨਾਂ ਹੱਥ ਵਿੱਚ ਹੀ ਆ ਜਾਣਾ ਹੈ, ਠੀਕ ਨਾ। ਯਾਨੀ ਕਿ ਜੇ ਕੰਟਰੋਲ ਨੂੰ ਕਹਿ ਜੀ ਆਪਣੇ ਕੋਲ ਰੱਖਣਾ ਚਾਹੁੰਦੇ ਤਾਂ ਉਧਾਰ ਪੈਸਾ ਲਓਗੇ, ਜੇ ਕੰਟਰੋਲ ਨੂੰ ਥੋੜ੍ਹਾ ਬਹੁਤਾ ਲੂਜ਼ ਕਰਨਾ ਚਾਹੁੰਦੇ ਆ ਤਾਂ ਫਿਰ ਉਹ ਓਨਰ ਫੰਡ ਤੋਂ ਲਓਗੇ। ਅੱਗੇ ਬੇਟਾ ਹੈਗਾ ਜੀ ਫਲੋਟੇਸ਼ਨ ਕੋਸਟ। ਫਲੋਟੇਸ਼ਨ ਕੋਸਟ ਹੁੰਦੀ ਬੇਟਾ ਕਿ ਜਦੋਂ ਆਪਾਂ ਸਿਕਿਉਰਿਟੀਜ਼ ਨੂੰ ਇਸ਼ੂ ਕਰਦੇ ਆ ਨਾ, ਸ਼ੇਅਰ ਇਸ਼ੂ ਕਰਦੇ ਆ, ਡਿਵੈਂਚਰ ਇਸ਼ੂ ਕਰਦੇ ਆ, ਉਹਦੇ ਉੱਤੇ ਕਈ ਤਰ੍ਹਾਂ ਦੇ ਸਾਡੇ ਕੋਲ ਖਰਚੇ ਆਉਂਦੇ, ਜਿੱਦਾਂ ਮਤਲਬ ਕਿਹਾ ਜੀ ਕਹਿੰਦੇ ਬ੍ਰੋਕਰ ਹੁੰਦੇ, ਜਿਹੜੇ ਦਲਾਲ ਹੁੰਦੇ ਉਹਨਾਂ ਨੂੰ ਕਮਿਸ਼ਨ ਦੇਣਾ ਪੈਂਦਾ, ਅੰਡਰ ਰਾਈਟਿੰਗ ਕਮਿਸ਼ਨ ਦੇਣਾ, ਜਾਂ ਹੋਰ ਪ੍ਰੋਸਪੈਕਟ ਇਸ਼ੂ ਐਕਸਪੈਂਸਿਸ ਦਾ, ਉਹ ਜਿਹਦੇ ਵਿੱਚ ਖਰਚਾ ਘੱਟ ਹੋਵੇ ਅਸੀਂ ਉਹਨੂੰ ਪ੍ਰੈਫਰ ਦਿੰਦੇ, ਜਿਹਦੇ ਵਿੱਚ ਕਿਹਾ ਜੀ ਸਾਡੀ ਜਿਹੜੀ ਫਲੋਟੇਸ਼ਨ ਕੋਸਟ ਜ਼ਿਆਦਾ ਆ ਉਹਨੂੰ ਅਸੀਂ ਕੀ ਕਰਦੇ ਹੈਗੇ ਜੀ, ਪ੍ਰੈਫਰ ਨਹੀਂ ਕਰਦੇ। ਅੱਗੇ ਬੇਟਾ ਹੈਗਾ ਫਿਕਸ ਆਪਰੇਟਿੰਗ ਕੋਸਟ, ਕਿ ਜੇ ਤਾਂ ਮਤਲਬ ਸਾਡੇ ਕੋਲ
ਕਿ ਜਿਹੜੀ ਮਤਲਬ ਜਿਹਦੇ ਵਿੱਚ ਸਾਡੇ ਕੋਲ ਹੈ ਨਾ ਕਿ ਜਦੋਂ ਮਤਲਬ ਫੋਰ ਐਗਜ਼ਾਮਪਲ ਕਿ ਕੁਛ ਫਿਕਸ ਆਪਰੇਟਿੰਗ ਕੋਸਟ ਜ਼ਿਆਦਾ ਹੁੰਦੀ ਆ, ਠੀਕ ਨਾ, ਉਹਦੇ ਵਿੱਚ ਤਾਂ ਬੇਟਾ ਆਪਾਂ ਪ੍ਰੈਫਰ ਕਰਦੇ ਹਾਂਗੇ ਓਨਰ ਫੰਡ ਦੇਣ, ਠੀਕ ਨਾ। ਔਰ ਜੇ ਸਾਡੇ ਕੋਲ ਫਿਕਸ ਆਪਰੇਟਿੰਗ ਕੋਸਟ ਘੱਟ ਹੋਵੇ, ਠੀਕ ਨਾ, ਉਹਦੇ ਵਿੱਚ ਆਪਾਂ ਕਿਹਨੂੰ ਕਰਦੇ ਹੈਗੇ ਜੀ, ਜਿਹੜਾ ਮਤਲਬ ਕਿ ਜੀ ਆਪਾਂ ਆਫਰ ਕਿਹਨੂੰ ਕਰਦੇ ਹੈਗੇ ਆ ਜੀ, ਜਿਹੜਾ ਮਤਲਬ ਲੋਨ ਤੋਂ ਲੈਣਾ ਜਾਂ ਇੰਟਰਸਟ ਜਾਂ ਫਰੋਡ ਫੰਡ ਤੋਂ, ਠੀਕ ਨਾ। ਬੇਟਾ ਜਿਹੜੀਆਂ ਨਾ ਫਿਕਸ ਕੋਸਟ ਹੁੰਦੀਆਂ ਉਹ ਕੋਸਟ ਹੁੰਦੀਆਂ ਕਿ ਚਾਹੇ ਸਾਡਾ ਬਿਜ਼ਨਸ ਚੱਲੇ ਚਾਹੇ ਨਾ ਚੱਲੇ, ਸਾਨੂੰ ਕਹਿ ਜੀ ਉਹ ਵਾਲਾ ਖਰਚਾ ਪੈਣਾ ਹੀ ਪੈਣਾ ਆ। ਜਿੱਦਾਂ ਮੰਨ ਲਓ ਕਿਸੇ ਬਿਲਡਿੰਗ ਦਾ ਕਿਰਾਇਆ ਹੈ, ਚਾਹੇ ਉੱਥੇ ਆਪਾਂ ਕੋਈ ਚੀਜ਼ ਦੀ ਪ੍ਰੋਡਕਸ਼ਨ ਕਰੀਏ ਚਾਹੇ ਨਾ ਕਰੀਏ, ਸਾਨੂੰ ਬਿਲਡਿੰਗ ਦਾ ਕਿਰਾਇਆ ਤਾਂ ਦੇਣਾ ਹੀ ਪੈਣਾ ਹੈ, ਠੀਕ ਨਾ। ਕਿ ਪਲੱਸ ਕਿਹਾ ਜੀ ਕਿ ਜੇ ਸਾਡੀ ਫਿਕਸ ਕੋਸਟ ਜ਼ਿਆਦਾ ਹੋਵੇ ਤੇ ਅਸੀਂ ਕੀ ਕਰਦੇ ਹਾਂਗੇ ਜੀ ਓਨਰ ਫੰਡ ਨੂੰ ਪ੍ਰੈਫਰੈਂਸ ਕਰਦੇ ਹਾਂ, ਜੇ ਫਿਕਸ ਕੋਸਟ ਘੱਟ ਆ ਫਿਰ ਕਿਹਾ ਜੀ ਲੋਨ ਲੈ ਕੇ ਪੈਸਾ ਕਰ ਲਾ, ਠੀਕ ਨਾ। ਇਹ ਬੇਟੇ ਸੀਗੇ ਸਾਡੇ ਜਿਹੜੇ ਕਿਹਾ ਜੀ ਫਾਈਨੈਂਸਿੰਗ ਡਿਸੀਜਨ ਮਤਲਬ ਇਫੈਕਟ ਕਰਦੇ ਸੀਗੇ। ਅੱਗੇ ਬੇਟਾ ਹੈਗਾ ਫੈਕਟਰ ਅਫੈਕਟਿੰਗ ਦੀ ਡਿਵੀਡੈਂਡ ਡਿਸੀਜਨ, ਠੀਕ ਨਾ, ਕਿ ਕਿਹੜੇ ਫੈਕਟਰ ਵਾ ਜਿਹੜੇ ਸਾਡੇ ਕਿਹਾ ਜੀ ਜਿਹੜੇ ਆਪਾਂ ਡਿਵੀਡੈਂਡ ਰਿਲੇਟਡ ਡਿਸੀਜਨ ਲੈਂਦੇ ਆ ਜਿਹੜੇ ਉਹਨਾਂ ਨੂੰ ਇਫੈਕਟ ਕਰਦੇ ਆ, ਠੀਕ ਨਾ। ਡਿਵੀਡੈਂਡ ਡਿਸੀਜਨ ਦੇ ਵਿੱਚ ਬੇਟਾ ਹੈ ਨਾ ਮਤਲਬ ਕਿਸੇ ਵੀ ਜਿਹੜਾ ਮਤਲਬ ਬਿਜ਼ਨਸਮੈਨ ਆ ਜਾਂ ਫਾਈਨਾਂਸ ਦੇ ਵਿੱਚ ਅਸੀਂ ਫਾਈਨੈਂਸ਼ੀਅਲ ਮੈਨੇਜਮੈਂਟ ਇਹ ਡਿਸਾਈਡ ਕਰਦੇ ਹਾਂ ਕਿ ਜਿਹੜਾ ਅਸੀਂ ਸ਼ੇਅਰ ਹੋਲਡਰ ਨੂੰ ਆ ਉਹ ਡਿਵੀਡੈਂਡ ਜ਼ਿਆਦਾ ਦੇਣਾ ਜਾਂ ਘੱਟ, ਯਾਨੀ ਕਿ ਜ਼ਿਆਦਾ ਪੈਸਾ ਉਹਨੇ ਡਿਵੀਡੈਂਡ ਦੇ ਰੂਪ ਵਿੱਚ ਵੰਡ ਦੇਣਾ ਆ, ਜਾਂ ਫਿਰ ਕਹਿ ਜੀ ਆਪਣੇ ਕੋਲ ਆਪਾਂ ਰਿਟੇਨ ਅਰਨਿੰਗ ਦੇ ਵਿੱਚ ਸਾਂਭ ਕੇ ਰੱਖਣਾ, ਠੀਕ ਹੈ ਨਾ। ਜਿਹਦੇ ਵਿੱਚ ਜਿਹੜਾ ਡਿਵੀਡੈਂਡ ਦੇ ਪਹਿਲੇ ਨੰਬਰ 'ਤੇ ਹੈਗਾ ਸਾਡੇ ਕੋਲ ਅਰਨਿੰਗ ਕਿੰਨੀ ਆ, ਠੀਕ ਹੈ ਨਾ, ਕਿਉਂਕਿ ਬੇਟਾ ਜਿਹੜਾ ਵੀ ਸਾਡਾ ਡਿਵੀਡੈਂਡ ਪੇਡ ਹੋਣਾ ਹੈ ਨਾ ਉਹ ਸਾਡਾ ਕਹਿ ਜਿਹੜਾ ਪ੍ਰੀਵੀਅਸ ਈਅਰ ਦੀ ਸਾਡੀ ਅਰਨਿੰਗ ਹੋਣੀ ਨਾ ਉਹਦੇ ਵਿੱਚ ਪੇਡ ਕੀਤਾ ਜਾਣਾ, ਕਿ ਜਿਹੜਾ ਵੀ ਮੰਨ ਲਓ ਸਾਡਾ ਪ੍ਰੋਫਿਟ ਹੋਣਾ ਪਿਛਲੇ ਸਾਲ ਦਾ ਨਾ ਉਹਦੇ ਵਿੱਚ। ਜੇ ਤਾਂ ਬੇਟਾ ਮੋਰ ਅਰਨਿੰਗ ਆ ਤਾਂ ਨੈਚੁਰਲੀ ਆ ਜੀ ਆਪਾਂ ਹਾਈ ਰੇਟ ਆਫ ਡਿਵੀਡੈਂਡ ਦੇਵਾਂਗੇ, ਜੇ ਲੈਸ ਅਰਨਿੰਗ ਆ ਤਾਂ ਡਿਵੀਡੈਂਡ ਵੀ ਕਿੰਨਾ ਦੇਵਾਂਗੇ ਜੀ ਘੱਟ, ਕਿਉਂਕਿ ਜੇ ਸਾਨੂੰ ਪ੍ਰੋਫਿਟ ਜ਼ਿਆਦਾ ਹੋਇਆ ਆ ਤੇ ਆਪਾਂ ਸ਼ੇਅਰ ਹੋਲਡਰ ਨੂੰ ਡਿਵੀਡੈਂਡ ਵੀ ਉਨਾ ਹੀ ਦੇਵਾਂਗੇ। ਡਿਵੀਡੈਂਡ ਦੇ ਵਿੱਚ ਕਿਹਾ ਜੀ ਮੰਨ ਲਓ ਪ੍ਰੋਫਿਟ ਦਾ ਉਹਨਾਂ ਨੇ ਸ਼ੇਅਰ ਉਹਨਾਂ ਨੂੰ ਕਿੰਨਾ ਵੰਡ ਦੇਣਾ ਆ, ਠੀਕ ਹੈ ਨਾ। ਜੇ ਅਰਨਿੰਗ ਘੱਟ ਵਾ ਤਾਂ ਨੈਚੁਰਲੀ ਆ ਜੀ ਆਪਾਂ ਜਿਹੜਾ ਉਹਨਾਂ ਨੇ ਡਿਵੀਡੈਂਡ ਆ ਉਹ ਵੀ ਕੀ ਦੇਣਾ ਜੀ ਘੱਟ ਦੇਣਾ ਹੈ, ਠੀਕ ਹੈ ਨਾ। ਉਹ ਤੋਂ ਬੇਟਾ ਅਗਲੇ ਨੰਬਰ 'ਤੇ ਹੈਗਾ ਸਟੇਬਿਲਿਟੀ ਆਫ ਅਰਨਿੰਗ, ਯਾਨੀ ਕਿ ਕਹਿ ਰਹੀ ਜਿਹੜੀ ਸਾਡੀ ਅਰਨਿੰਗ ਦੀ ਸਟੇਬਿਲਿਟੀ ਕਿੰਨੀ ਹੈ, ਯਾਨੀ ਕਿ ਜੇ ਅੱਜ ਸਾਨੂੰ ਪ੍ਰੋਫਿਟ ਹੋਇਆ ਇਹ ਤਾਂ ਨਹੀਂ ਹੈਗਾ ਕਿ ਇੱਕ ਸਾਲ ਪ੍ਰੋਫਿਟ ਘੱਟ ਹੋਵੇ ਦੂਜੇ ਸਾਲ, ਜੇ ਤਾਂ ਮਤਲਬ ਸਟੇਬਲ ਅਰਨਿੰਗ ਫਿਰ ਤਾਂ ਆਪਾਂ ਡਿਵੀਡੈਂਡ ਉਹਨਾਂ ਕੀ ਦਿੰਦੇ ਆ ਜੀ ਜ਼ਿਆਦਾ, ਜੇ ਅਨਸਟੇਬਲ ਹੋਵੇ ਫਿਰ ਉਹਨਾਂ ਡਿਵੀਡੈਂਡ ਆਪਾਂ ਕੀ ਦਿੰਦੇ ਆ ਜੀ ਘੱਟ ਦਿੰਦੇ ਆ, ਡਿਵੀਡੈਂਡ ਉਹਨਾਂ ਸਾਡਾ ਕਿਹਾ ਜੀ ਘੱਟ ਜਾਂਦਾ ਹੈ, ਠੀਕ ਹੈ ਨਾ। ਉਸ ਤੋਂ ਬਾਅਦ ਬੇਟਾ ਅੱਗੇ ਹੈਗਾ ਜੀ ਕੈਸ਼ ਫਲੋ ਦੀ ਪੋਜੀਸ਼ਨ ਕੀ ਆ, ਠੀਕ ਹੈ ਨਾ, ਕਿ ਜਿਹੜਾ ਮਤਲਬ ਆਊਟਫਲੋ ਕੈਸ਼ ਕਿੰਨਾ ਹੈ, ਠੀਕ ਹੈ ਨਾ। ਜੇ ਤਾਂ ਬੇਟਾ ਸਾਡੇ ਕੋਲ ਕੈਸ਼ ਕਿਹਾ ਜੀ ਸਰਪਲਸ ਆ, ਸਰਪਲਸ ਦਾ ਮਤਲਬ ਕਿਹਾ ਜੀ ਕਿ ਸਾਡੇ ਕੋਲ ਪੈਸਾ ਆ ਜ਼ਿਆਦਾ ਰਿਹਾ ਆ ਤੇ ਬਾਹਰ ਨੂੰ ਅਸੀਂ ਕਿਹਾ ਜੀ ਖਰਚ ਘੱਟ ਕਰ ਰਹੇ ਹਾਂ, ਔਰ ਸਾਡੇ ਕੋਲ ਪੈਸਾ ਵਾਧੂ ਆ ਤੇ ਅਸੀਂ ਕੀ ਕਰ ਦਾਂਗੇ ਬੇਟਾ ਡਿਵੀਡੈਂਡ ਕਿਹਾ ਜੀ ਜ਼ਿਆਦਾ ਪੇਡ ਕਰਾਂਗੇ ਹਾਈ ਰੇਟ 'ਤੇ, ਠੀਕ ਹੈ ਨਾ। ਔਰ ਜੇ ਸਾਡੇ ਕੋਲ ਪੈਸੇ ਦੀ ਪਹਿਲਾਂ ਹੀ ਸ਼ੋਰਟੇਜ ਆ, ਪੈਸਾ ਅਸੀਂ ਸਾਨੂੰ ਜਿਹੜਾ ਆਇਆ ਆ ਉਹ ਹੈਗਾ 10,000 ਤੇ ਜਿਹੜਾ ਖਰਚ ਕਰ ਲਿਆ ਉਹ ਹੈਗਾ 11,000, ਜਦੋਂ ਸਾਡੇ ਕੋਲ ਸ਼ੋਰਟੇਜ ਆ ਬੇਟਾ ਫਿਰ ਤਾਂ ਆਪਾਂ ਡਿਵੀਡੈਂਡ ਕਿਹਾ ਜੀ ਕਿੱਥੋਂ ਦੇਣਾ ਹੈ, ਸਾਡੇ ਕੋਲ ਤਾਂ ਪਹਿਲੇ ਹੀ ਪੈਸੇ ਦੀ ਕਮੀ ਹੋਣੀ ਆ ਤੇ ਅਸੀਂ ਉਹਨਾਂ ਨੂੰ ਡਿਵੀਡੈਂਡ ਨਾ ਦੇ ਕੇ, ਠੀਕ ਨਾ, ਪੈਸਾ ਕਹਿ ਜੀ ਆਪਣੇ ਕੋਲ ਸਾਂਭ ਕੇ ਰੱਖ ਲਾਂਗੇ, ਠੀਕ ਨਾ। ਚੌਥੇ ਨੰਬਰ 'ਤੇ ਬੇਟਾ ਹੈਗਾ ਜੀ ਗਰੋਥ ਅਪੋਰਚੁਨਿਟੀਜ਼, ਠੀਕ ਨਾ, ਕਿ ਮਤਲਬ ਕਹਿ ਜੀ ਕਿ ਫਿਊਚਰ ਦੇ ਵਿੱਚ ਗਰੋਥ ਕਰਨ ਦੀਆਂ ਕਿੰਨੀਆਂ ਸੰਭਾਵਨਾਵਾਂ ਹੈ, ਕਿੰਨੇ ਮੌਕੇ ਆ, ਠੀਕ ਨਾ। ਜੇ ਤਾਂ ਬੇਟਾ ਸਾਡੇ ਕੋਲ ਕਿਹਾ ਜੀ ਕੋਈ ਮੰਨ ਲਓ ਫੋਰ ਇਨਵੈਸਟਮੈਂਟ ਪਲਾਨ ਹੈਗਾ, ਫਿਊਚਰ ਦੇ ਵਿੱਚ ਸੋਚਿਆ ਆ ਕਿ ਅਸੀਂ ਆਪਣੇ ਬਿਜ਼ਨਸ ਨੂੰ ਵਧਾਉਣਾ ਆ, ਇਹਦੇ ਵਿੱਚ ਆਪਾਂ ਆਹ ਜਿਹੜੇ ਪਲਾਨ ਆ ਇਹਨਾਂ ਦੇ ਵਿੱਚ ਇਨਵੈਸਟਮੈਂਟ ਕਰਨੀ ਆ, ਫਿਰ ਤਾਂ ਬੇਟਾ ਨੈਚੁਰਲੀ ਆ ਜੀ ਆਪਾਂ ਡਿਵੀਡੈਂਡ ਘੱਟ ਦੇਵਾਂਗੇ, ਜਿਹੜੀ ਪੈਸਾ ਹੋਣਾ ਆ ਉਹਨੂੰ ਆਪਾਂ ਦੁਬਾਰਾ ਰੀਇਨਵੈਸਟਮੈਂਟ ਕਰ ਦਾਂਗੇ ਉਹਨਾਂ ਪਲਾਨ ਦੇ ਵਿੱਚ। ਔਰ ਜੇ ਸਾਡੇ ਕੋਲ ਕੋਈ ਪਲਾਨ ਹੀ ਹੈ ਨਹੀਂਗਾ, ਫਿਊਚਰ ਦੇ ਵਿੱਚ ਕੋਈ ਅਪੋਰਚੁਨਿਟੀਜ਼ ਹੈ ਨਹੀਂਗੀ, ਠੀਕ ਨਾ, ਤਾਂ ਨੈਚੁਰਲੀ ਆ ਜੀ ਫਿਰ ਆਪਾਂ ਪੈਸਾ ਕੀ ਰੱਖਣਾ ਆ, ਉਹੀ ਪੈਸਾ ਆਪਾਂ ਕਹਿ ਜੀ ਸ਼ੇਅਰ ਹੋਲਡਰ ਨੂੰ ਵੰਡ ਦਾਂਗੇ, ਠੀਕ ਨਾ। ਸ਼ੇਅਰ ਹੋਲਡਰ ਵਿੱਚ ਕਹਿ ਜੀ ਵੰਡ ਦੇਣਾ ਆ ਤਾਂ ਨੈਚੁਰਲੀ ਆ ਜੀ ਡਿਵੀਡੈਂਡ ਉਹਨਾਂ ਨੂੰ ਕੀ ਦੇਵਾਂਗੇ ਜਿਹਦਾ ਰੇਟ ਕੀ ਹੋਣਾ ਜੀ ਹਾਈ ਹੋਣਾ ਹੈ। ਅੱਗੇ ਬੇਟਾ ਹੈਗਾ ਜੀ ਟੈਕਸੇਸ਼ਨ ਪੋਲਿਸੀ, ਠੀਕ ਨਾ। ਟੈਕਸੇਸ਼ਨ ਪੋਲਿਸੀ ਦੇ ਵਿੱਚ ਕਹਿ ਜੀ ਕਿ ਜੇ ਤਾਂ ਸਰਕਾਰ ਦੁਆਰਾ ਟੈਕਸ ਜ਼ਿਆਦਾ ਲਿਆ ਜਾਂਦਾ ਆ ਤਾਂ ਡਿਵੀਡੈਂਡ ਕੀ ਹੋਣਾ ਜੀ ਘੱਟ, ਕਿਉਂਕਿ ਜ਼ਿਆਦਾ ਪੈਸਾ ਸਾਡਾ ਟੈਕਸ ਦੇ ਫਾਰਮ ਵਿੱਚ ਚਲ ਜਾਣਾ ਹੈ ਤੇ ਡਿਵੀਡੈਂਡ ਵੰਡਣ ਲਈ ਕੀ ਹੋਣਾ ਜੀ ਘੱਟ, ਔਰ ਜੇ ਟੈਕਸ ਰੇਟ ਕਿਹਾ ਜੀ ਲੋ ਆ ਤਾਂ ਡਿਵੀਡੈਂਡ ਉਹਨਾਂ ਕੀ ਹੋਣਾ ਜੀ ਜ਼ਿਆਦਾ ਹੋਣਾ ਹੈ, ਠੀਕ ਨਾ। ਅੱਗੇ ਬੇਟਾ ਹੈਗਾ ਸਾਡਾ ਕੰਟਰੈਕਚੁਅਲ ਕੰਟਰੈਕਟਸ, ਇਹਦੇ ਵਿੱਚ ਕੀ ਹੁੰਦਾ ਬੇਟਾ ਕਿ ਜਦੋਂ ਨਾ ਕੰਪਨੀ ਨੇ ਮਤਲਬ ਲੌਂਗ ਟਰਮ ਲੋਨ ਲਏ ਹੁੰਦੇ ਆ, ਠੀਕ ਨਾ, ਤਾਂ ਉਹਨਾਂ ਨੂੰ ਕੁਛ ਕੀ ਇੱਕ ਤਰ੍ਹਾਂ ਕਿ ਇੰਸਟਰਕਸ਼ਨਾਂ ਹੁੰਦੀਆਂ ਡਿਵੀਡੈਂਡ 'ਤੇ, ਠੀਕ ਨਾ, ਕਿ ਪਲੱਸ ਕਿਹਾ ਜੀ ਕੋਈ ਡਿਵੀਡੈਂਡ ਕਹਿ ਜੀ ਬਹੁਤਾ ਨਹੀਂ ਵੰਡ ਸਕਦੇ, ਤਾਂ ਉਹਦੇ ਨਾਲ ਵੀ ਕਿਹਾ ਜੀ ਡਿਵੀਡੈਂਡ ਦੇ ਡਿਸੀਜਨ 'ਤੇ ਕੀ ਇਹਦਾ ਇਫੈਕਟ ਪੈਂਦਾ। ਜੇ ਅਸੀਂ ਕੰਪਨੀਆਂ ਨਾਲ ਪਹਿਲੇ ਕਰ ਲਿਆ ਆ ਕਿ ਭਾਈ ਅਸੀਂ ਡਿਵੀਡੈਂਡ ਨਹੀਂ ਵੰਡਾਂਗੇ, ਸਾਂਭ ਕੇ ਰੱਖਾਂਗੇ, ਪਹਿਲਾਂ ਤੁਹਾਡਾ ਲੋਨ ਵਾਪਸ ਕਰਾਂਗੇ, ਜੋ ਤੋਂ ਬਾਅਦ ਫਿਰ ਆਪਾਂ ਡਿਵੀਡੈਂਡ ਕਿਹਾ ਜੀ ਡਿਸਟਰੀਬਿਊਟ ਕਰਨਾ ਸ਼ੁਰੂ ਕਰਾਂਗੇ, ਤਾਂ ਉਹਦੇ ਵਿੱਚ ਕੀ ਹੁੰਦਾ ਬੇਟਾ ਉਹਦੇ ਵੀ ਸਾਡੇ ਕਿਹਾ ਜੀ ਡਿਵੀਡੈਂਡ ਦੇ ਡਿਸੀਜਨ ਨੂੰ ਕੀ ਕਰਦੇ ਆ ਜੀ ਇਫੈਕਟ ਕਰਦੇ ਆ, ਉਹਦਾ ਵੀ ਸਾਡੇ ਕਿਹਾ ਡਿਵੀਡੈਂਡ ਡਿਸੀਜਨ ਰਿਲੇਟਡ ਜਿਹੜਾ ਉੱਤੇ ਇਫੈਕਟ ਪੈਂਦਾ ਆ, ਠੀਕ ਨਾ। ਕਿ ਜੇ ਮਤਲਬ ਇੰਸਟਰਕਸ਼ਨਾਂ ਲਾਈਆਂ ਆ ਸਾਡੇ ਕੋਲ ਇੰਸਟਰਕਸ਼ਨਾਂ ਹੈਗੀਆਂ ਤਾਂ ਆਪਾਂ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ ਆ।
ਅੱਗੇ ਬੇਟਾ ਹੈਗਾ ਸਾਡੇ ਕੋਲ ਪ੍ਰੈਫਰੈਂਸ ਆਫ ਸ਼ੇਅਰ ਹੋਲਡਰ ਕਿਆ ਜੀ ਕਿ ਜਿਹੜੇ ਸ਼ੇਅਰ ਹੋਲਡਰ ਵਾ ਉਹਨਾਂ ਨੂੰ ਵੀ ਅਸੀਂ ਪ੍ਰੈਫਰੈਂਸ ਜਦੋਂ ਦਿੰਦੇ ਆ ਨਾ ਕਿ ਉਹਦੇ ਵਿੱਚ ਵੀ ਸਾਨੂੰ ਫਰਕ ਪੈਂਦਾ ਹੈ ਕਿ ਡਿਵੀਡੈਂਡ ਡਿਸੀਜਨ ਅਸੀਂ ਕਿਸ ਤਰ੍ਹਾਂ ਦਾ ਲੈਣਾ। ਜਿੱਦਾਂ ਪਹਿਲੇ ਨੰਬਰ 'ਤੇ ਬੇਟਾ ਜੇ ਤਾਂ ਸਾਡੇ ਕੋਲ ਜਿਹੜੇ ਮਤਲਬ ਕਿ ਜੀ ਜਿਹੜੇ ਸ਼ੇਅਰ ਹੋਲਡਰ ਵਾ ਉਹ ਗਰੀਬ ਆ ਜਾਂ ਮਿਡਲ ਕਲਾਸ ਦੇ ਆ, ਠੀਕ ਨਾ, ਤਾਂ ਪਲੱਸ ਕਿਆ ਜੀ ਕੋਈ ਰਿਟਾਇਰ ਪਰਸਨ ਆ, ਤਾਂ ਨੈਚੁਰਲੀ ਆ ਜੀ ਉਹਨਾਂ ਦੀਆਂ ਰੈਗੂਲਰ ਸਾਨੂੰ ਨਾ ਡਿਵੀਡੈਂਡ ਦੇਣਾ ਪੈਣਾ ਕਰਕੇ ਉਹ ਕਿਆ ਜੀ ਜ਼ਿਆਦਾਤਰ ਡਿਪੈਂਡ ਕਿਤੇ ਹੋਣੇ ਹੈਗੇ ਜੀ ਸਾਡੇ ਡਿਵੀਡੈਂਡ 'ਤੇ ਹੋਣੇ ਆ। ਲੇਕਿਨ ਦੂਜੇ ਪਾਸੇ ਜੇ ਸਾਡੇ ਕੋਲ ਕਿਆ ਹੈਗਾ ਜੀ ਜਿਹੜੇ ਮੰਨ ਲਓ ਸ਼ੇਅਰ ਹੋਲਡਰ ਵਾ ਉਹ ਜੰਗ ਵਾ ਪਲੱਸ ਕਿਆ ਜੀ ਅਮੀਰ ਸ਼ੇਅਰ ਹੋਲਡਰ ਵਾ, ਤਾਂ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਹੁੰਦੀ ਬਹੁਤੀ ਰੈਗੂਲਰ। ਉਹ ਕੀ ਕਹਿੰਦੇ ਆ, ਉਹ ਕਹਿੰਦੇ ਕਿ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਹੋਵੇ, ਇਸ ਕਰਕੇ ਕੀ ਆ ਜੀ ਉਹਨਾਂ ਦਾ ਜਿਹੜਾ ਮਤਲਬ ਡਿਵੀਡੈਂਡ ਹੋਣਾ ਹੈ ਉਹਨੂੰ ਦੁਬਾਰਾ ਰੀਇਨਵੈਸਟਮੈਂਟ ਕਰ ਦੇਣਾ ਅਤੇ ਡਿਵੀਡੈਂਡ ਉਹਨਾਂ ਨੂੰ ਕੀ ਦੇਣਾ ਜੀ ਘੱਟ ਦੇਣਾ ਹੈ, ਠੀਕ ਨਾ। ਅੱਗੇ ਬੇਟਾ ਹੈਗਾ ਸਾਡੇ ਕੋਲ ਸਟੇਬਲ ਡਿਵੀਡੈਂਡ ਪੋਲਿਸੀ ਆ। ਜੇ ਤਾਂ ਮਤਲਬ ਕਿਆ ਜੀ ਹੈਗਾ ਜੀ ਸਾਡੀ ਡਿਵੀਡੈਂਡ ਪੋਲਿਸੀ ਮਤਲਬ ਜਿਹੜੀ ਸਟੇਬਲ ਹੁੰਦੀ ਹੈ ਨਾ ਉਹਨਾਂ ਕੀ ਹੁੰਦਾ ਕਿ ਸਾਡੀ ਕੰਪਨੀ ਦੀ ਰੈਪੂਟੇਸ਼ਨ ਵੀ ਵੱਧਦੀ ਆ ਅਤੇ ਇਨਵੈਸਟਰ ਨੂੰ ਵੀ ਆਪਾਂ ਕੀ ਕਰਦੇ ਹਾਂ ਜੀ ਸੈਟਿਸਫਾਈ ਕਰਦੇ ਹਾਂ, ਠੀਕ ਨਾ। ਅਤੇ ਕਿਉਂਕਿ ਬੇਟਾ ਜਦੋਂ ਆਪਣੇ ਸ਼ੇਅਰ ਹੋਲਡਰ ਨੂੰ ਆਪਾਂ ਰੈਗੂਲਰ ਡਿਵੀਡੈਂਡ ਦੇਣਾ ਆ ਤਾਂ ਉਹਨਾਂ ਕੀ ਹੋਣੀ ਸਾਡੀ ਕੰਪਨੀ ਦੀ ਰੈਪੂਟੇਸ਼ਨ ਵਧਣੀ ਕਿ ਹਾਂ ਵੀ ਇਹ ਕਹਿ ਜੀ ਰੈਗੂਲਰ ਪੈਸਾ ਦੇ ਰਹੇ ਆ। ਪਲੱਸ ਕਿਆ ਜੀ ਜੇ ਆਪਾਂ ਉਹਨਾਂ ਦਾ ਰੀਇਨਵੈਸਟਮੈਂਟ ਕਰਦੇ ਆ ਤਾਂ ਉਹਨਾਂ ਸੈਟਿਸਫਾਈ ਹੋ ਜਾਂਦੀ ਆ ਕਿ ਭਾਈ ਸਾਡਾ ਪੈਸਾ ਕਿਆ ਜੀ ਜਿਹੜਾ ਰੀਇਨਵੈਸਟ ਹੋ ਗਿਆ ਸਾਨੂੰ ਇਹਦਾ ਹੋਰ ਬੈਨੀਫਿਟ ਹੋ ਜਾਣਾ, ਠੀਕ ਨਾ। ਉਹ ਇਸ ਕਰਕੇ ਕੀ ਕਰਦਾ ਜੀ ਉਹਲੇ ਕੀ ਕਰ ਸਕਦਾ ਉਹ ਫਿਕਸ ਰੇਟ ਦੇ ਡਿਵੀਡੈਂਡ ਵੀ ਦੇ ਸਕਦੇ ਆ, ਠੀਕ ਨਾ, ਕਿ ਪ੍ਰੋਫਿਟ ਦਾ 10% ਆਪਾਂ ਡਿਵੀਡੈਂਡ ਦੇ ਰੂਪ ਵਿੱਚ ਵੰਡਣਾ ਬਾਕੀ ਉਹਨਾਂ ਦਾ ਕੀ ਕਰ ਦੇਣਾ ਜੀ ਇਨਵੈਸਟਮੈਂਟ। ਇਹ ਬੇਟਾ ਫੈਕਟਰ ਸੀਗੇ ਜਿਹੜੇ ਤੁਹਾਡੇ ਤਿੰਨਾਂ ਚੀਜ਼ਾਂ ਨੂੰ ਅਫੈਕਟ ਕਰਦੇ ਆ, ਠੀਕ ਆ। ਓਕੇ ਥੈਂਕਸ ਬੇਟਾ।